The show is sponsored by Ashoka Tandoori Range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸਾਕਾ ਨੀਲਾ ਤਾਰਾ ਨੂੰ ਹੋਏ 36 ਸਾਲ ਪੂਰੇ, ਸਿੱਖਾਂ ਲਈ ਕਦੇ ਨਾ ਭੁੱਲਣ ਵਾਲਾ ਦਿਨ 6 ਜੂਨ 1984। ਘੱਲੂਘਾਰਾ ਦਿਵਸ ਮੌਕੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ। ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਦੇ ਪੱਖ 'ਚ ਭਰੀ ਹਾਂ। ਭਗਵੰਤ ਮਾਨ ਨੇ ਮੋਦੀ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ। ਕੈਪਟਨ ਸਰਕਾਰ ਤੇ ਵੀ ਚੁੱਕੇ ਸਵਾਲ। ਬੀਜ ਘੁਟਾਲੇ ਨੂੰ ਲੈ ਕੇ ਕੀਤੇ ਹੈਰਾਨੀਜਨਕ ਖੁਲਾਸੇ। ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਖਿਲਾਫ ਕਿਵੇਂ ਕਰਾਉਣਗੇ ਜਾਂਚ। ਸਿੱਧੂ ਮੂਸੇਵਾਲਾ ਦਾ ਨਾਭਾ ਪੁਲਿਸ ਨੇ ਕੱਟਿਆ ਚਲਾਨ। ਸਿੱਧੂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਤੇ ਵੀ ਨਾਭਾ ਪੁਲਿਸ ਨੇ ਨਹੀਂ ਕੀਤਾ ਕਾਬੂ ਸਿੱਧੂ ਮੂਸੇਵਾਲੇ ਨੂੰ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਾਕਾ ਨੀਲਾ ਤਾਰਾ ਨੂੰ 36 ਵਰੇ ਬੀਤ ਚੁੱਕੇ ਨੇ ਤੇ ਸਿੱਖ ਸੰਗਤਾਂ ਵੱਲੋਂ ਇਸ ਦਿਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ਤੇ ਵੱਖ-ਵੱਖ ਥਾਵਾਂ ਤੇ ਗੁਰੂ ਘਰਾਂ 'ਚ ਇਸ ਦਿਨ ਨੂੰ ਨਮ ਅੱਖਾਂ ਨਾਲ ਯਾਦ ਕੀਤਾ ਜਾਂਦਾ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾਂਦੀ ਹੈ। ਆਪਰੇਸ਼ਨ ਬਲੂ ਸਟਾਰ ਦੀ ਘਟਨਾ ਵਾਪਰੀ ਨੂੰ 3 ਦਹਾਕਿਆਂ ਤੋਂ ਵੱਧ ਹੋ ਗਏ ਨੇ, ਪਰ ਉਸ ਦਿਨ ਨੂੰ ਸ਼ਾਇਦ ਹੀ ਸਿੱਖਾਂ ਵੱਲੋਂ ਕਦੇ ਭੁਲਾਇਆ ਜਾ ਸਕੇ। 6 ਜੂਨ 1984 ਨੂੰ ਉਸ ਵੇਲੇ ਦੀ ਸਰਕਾਰ ਦੀ ਮਨਜ਼ੂਰੀ ਤੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦਿੱਤਾ ਗਿਆ। ਇਸ ਦਿਨ ਨੂੰ ਸਿੱਖਾਂ ਵੱਲੋਂ ਘੱਲੂਘਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ। 20ਵੀਂ ਸਦੀ ਦੇ 8ਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਚ ਢਿਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕਾਂ ਦੀ ਜਾਨ ਜਾ ਚੁੱਕੀ ਸੀ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ ਆਪਰੇਸ਼ਨ ਬਲੂ ਸਟਾਰ ਵਜੋਂ ਜਾਣਿਆ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖਤ ਸਾਹਿਬ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਚੋਂ ਕੱਢਣ ਲਈ ਕੀਤਾ ਗਿਆ। ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਜੂਨ 1984 ਵਿੱਚ ਸਾਕਾ ਨੀਲਾ ਤਾਰਾ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਸਾਲਾਨਾ ਯਾਦਗਾਰ ਮੌਕੇ ਵੱਖ-ਵੱਖ ਥਾਂ ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਸਿੱਖ ਸੰਗਤਾਂ ਵੱਲੋਂ ਗੁਰਬਾਣੀ ਸਰਵਣ ਕੀਤੀ ਜਾਂਦੀ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਨਿਊਜ਼ ਡੈਸਕ ਤੋਂ ਸਤਵਿੰਦਰ ਰੰਧਾਵਾ ਦੀ ਰਿਪੋਰਟ। ਸਾਕਾ ਨੀਲਾ ਤਾਰਾ ਦੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ 36ਵੀਂ ਬਰਸੀ ਮਨਾਈ ਗਈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਕੀ ਕਹਿਣਾ ਗਿਆਨੀ ਹਰਪ੍ਰੀਤ ਸਿੰਘ ਦਾ, ਆਓ ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਸਾਕਾ ਨੀਲਾ ਤਾਰਾ ਦੀ ਘਟਨਾ ਵਾਪਰੀ ਨੂੰ 3 ਦਹਾਕਿਆਂ ਤੋਂ ਵੀ ਵੱਧ ਹੋ ਗਏ ਨੇ, ਪਰ ਉਸ ਦਿਨ ਨੂੰ ਸ਼ਾਇਦ ਹੀ ਸਿੱਖਾਂ ਵੱਲੋਂ ਕਦੇ ਭੁਲਾਇਆ ਜਾ ਸਕੇ। ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਮਨਾਈ ਗਈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅੰਮ੍ਰਿਤਸਰ ਸਾਹਿਬ ਵਿਖੇ ਪੁਖਤਾ ਪ੍ਰਬੰਧ ਕੀਤੇ ਗਏ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਦੀ ਪੇਸ਼ਕਾਰੀ ਇਸ ਮੌਕੇ ਸਿੱਖ ਵਿਰੋਧੀ ਹੈ। ਉਹਨਾਂ ਕਿਹਾ ਕਿ ਜੇਕਰ ਨੌਜਵਾਨ ਜੋਸ਼ 'ਚ ਆ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਉਂਦੇ ਨੇ ਤਾਂ ਇਸ ਵਿੱਚ ਕੁਝ ਗਲਤ ਨਹੀਂ ਹੈ। ਦੇਖੋ, ਕੌਮ ਦੇ ਅੰਦਰ ਜੋਸ਼ ਹੈਗਾ, ਉਸ ਜੋਸ਼ ਨੂੰ ਪ੍ਰਗਟ ਕਰਨ ਦੇ ਲਈ
ਸਮਾਗਮ ਦੀ ਸਮਾਪਤੀ ਤੋਂ ਬਾਅਦ ਜੇ ਕੋਈ ਨਾਅਰੇ ਲਾਉਂਦਾ ਮੈਂ ਇਹਨੂੰ ਜਿਹੜਾ ਹੈ ਉਹ ਗਲਤ ਨਹੀਂ ਕਹਿੰਦਾ, ਲੇਕਿਨ ਸਮਾਗਮ ਦੇ ਦੌਰਾਨ ਜਿਹੜਾ ਹੈ ਨਾਅਰੇ ਲਾ ਕੇ ਉਹਨੂੰ ਜਿਹੜਾ ਵਿਘਨ ਪਾਉਣਾ ਇਹ ਠੀਕ ਨਹੀਂ ਹੈ। ਬਾਅਦ ਦੇ ਵਿੱਚ ਕੋਈ ਅਗਰ ਨੌਜਵਾਨ ਸਾਡੇ ਜੋਸ਼ 'ਚ ਆ ਕੇ ਲਾਉਂਦੇ ਆ ਤਾਂ ਮੈਂ ਇਹਨੂੰ ਜਿਹੜਾ ਬਿਲਕੁਲ ਵੀ ਗਲਤ ਨਹੀਂ ਕਹੂੰਗਾ। ਅੱਜ ਵੀ ਭਾਰਤੀ ਸਰਕਾਰ ਦੀ ਜਿਹੜੀ ਪੇਸ਼ਕਾਰੀ ਹੈ ਉਹ ਸਿੱਖ ਵਿਰੋਧੀ ਹੋਈ ਹੈ। ਜਿੰਨੀ ਪੇਸ਼ਕਾਰੀ ਹੁਣ ਤੱਕ ਹੋ ਰਹੀ ਹੈ ਇਹ ਸਿੱਖ ਵਿਰੋਧੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਖਾਲਿਸਤਾਨ ਦਿੰਦੀ ਹੈ ਤਾਂ ਉਹ ਜ਼ਰੂਰ ਲੈਣਗੇ। ਜੇ ਸਾਨੂੰ ਮਿਲ ਜੇ ਤੇ ਅੰਨਾ ਕੀ ਭਾਲੀ ਚਾਰ ਅੱਖਾਂ। ਮੈਂ ਕਹਿ ਦਿੱਤਾ ਹੈਗਾ ਕਿ ਜੇ ਭਾਰਤ ਸਰਕਾਰ ਦਿੰਦੀ ਹੈ ਸਾਨੂੰ ਤੇ ਅਸੀਂ ਲਵਾਂਗੇ। ਤੁਸੀਂ ਡਿਮਾਂਡ ਕਰਦੇ ਹੋ ਵੈਸੇ ਜੇ ਸਾਨੂੰ ਦੇਊਗੀ ਤੇ ਅਸੀਂ ਲਵਾਂਗੇ। ਤੁਸੀਂ ਡਿਮਾਂਡ ਕਰਦੇ ਹੋ। ਦੁਨੀਆ ਭਰ ਦੇ ਵਿੱਚ ਕਿਹੜਾ ਸਿੱਖ ਹੈ ਜਿਹੜਾ ਨਹੀਂ ਇੱਛਾ ਰੱਖਦਾ। ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਵੇਰਕਾ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਮੁਤਾਬਕ ਕੇਂਦਰ ਸਰਕਾਰ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਤਾਂ ਕੀ ਭਾਜਪਾ 'ਚ ਜਿੰਨੇ ਵੀ ਸਿੱਖ ਆਗੂ ਹਨ ਉਹ ਅਸਤੀਫਾ ਦੇਣਗੇ। ਉਹਨਾਂ ਕਿਹਾ ਹੈ ਕਿ ਜਥੇਦਾਰ ਦੇ ਬਿਆਨ ਤੇ ਸੁਖਬੀਰ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ। उन्होंने कहा है कि केंद्र सरकार आज भी सिखों के साथ वितकरा कर रही है, सिखों के साथ भेदभाव कर रही है और हमें अपना खालिस्तान लेना चाहिए, हम खालिस्तान लेके रहेंगे। मैं एक बात पूछना चाहता हूं कि अगर केंद्र की सरकार आज भी वो सिखों के साथ वितकरा कर रही है तो क्या हरसिमरत कौर बादल वहां से इस्तीफा देके वापस आएगी? क्या अकाल तख्त साहब के जथेदार हरसिमरत कौर बादल और जितने भी सिख वो बीजेपी की सरकार में बैठे हैं उनको वापस आने के लिए आदेश जारी करेंगे? और जहां तक खालिस्तान की मांग का सवाल है, ये सुखबीर सिंह बादल, प्रकाश सिंह बादल वो जवाब दें, क्योंकि अकाल तख्त का जथेदार और श्रोमणी कमेटी के प्रधान ये दोनों ने मांग की है। ये दोनों जो है वो उनकी नियुक्ति श्रोमणी कमेटी के प्रधान सुखबीर बादल करते हैं। वो जवाब दें इस बात का कि क्या वो उस मांग से सहमत हैं, और ताकि देश के लोगों को असली चेहरा ये बादल परिवार का सामने आना चाहिए। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਵੀ ਇਸ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲੋਂਗੋਵਾਲ ਦਾ ਕਹਿਣਾ ਹੈ ਕਿ ਜੇਕਰ ਕੋਈ ਖਾਲਿਸਤਾਨ ਦੇ ਰਿਹਾ ਤਾਂ ਅਸੀਂ ਜ਼ਰੂਰ ਲਵਾਂਗੇ। देखो जितों खालिस्तान की मंग है वो सारी गल की है। सिंह साहब ने भी कहा है जे कोई सानू दिंदा असीं ले लांगे। ਅਸੀਂ ਅਜੇ ਇਨਕਾਰ ਕਦੋਂ ਕਰਦੇ ਆ? ਵਧੀਆ ਸੰਭਾਲਾਂਗੇ। ਅਸੀਂ ਵਧੀਆ ਸੰਭਾਲਾਂਗੇ। ਇਨਕਾਰ ਕੋਈ ਕਰ ਸਕਦਾ, ਕੋਈ ਸਿੱਖ ਵੀ ਇਨਕਾਰ ਨਹੀਂ ਕਰ ਸਕਦਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਮੰਗ ਨੂੰ ਬੇਬੁਨਿਆਦ ਦੱਸਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਹੀ ਖਾਲਿਸਤਾਨ ਬਣਾਉਣ ਦੀ ਲੋੜ ਹੈ, ਜਿਹੜਾ ਕਿ ਭਾਰਤ ਦਾ ਅਟੁੱਟ ਅੰਗ ਹੋਵੇ, ਜਿਸ ਪੰਜਾਬ 'ਚ ਕੋਈ ਨਸ਼ਾ ਨਾ ਕਰਦਾ ਹੋਵੇ, ਜਿੱਥੇ ਕੋਈ ਬੇਰੁਜ਼ਗਾਰ ਨਾ ਹੋਵੇ। ਸੋ ਅੱਜ ਜਿੱਥੇ ਅਸੀਂ 36ਵੀਂ ਵਰ੍ਹੇਗੰਢ ਦੇ ਉੱਪਰ ਉਸ ਹਮਲੇ ਦੀ ਨਿੰਦਿਆ ਕਰਦੇ ਆ, ਉੱਥੇ ਹੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ SGPC ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਜੀ ਵੱਲੋਂ ਔਰ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਵੱਲੋਂ ਖਾਲਿਸਤਾਨ ਦੀ ਮੰਗ ਕਰਨਾ, ਉਸ ਨੂੰ ਜਾਇਜ਼ ਠਹਿਰਾਉਣਾ, ਮੈਂ ਸਮਝਦਾ ਕਿ ਇਸ ਦੇ ਨਾਲ ਅਕਾਲੀ ਦਲ ਦਾ ਦੋਗਲਾ ਚਿਹਰਾ ਜਿਹੜਾ ਉਹ ਸਾਹਮਣੇ ਆ ਗਿਆ ਹੈ। ਅੱਜ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਚੁੱਕੀ ਹੈ ਅਕਾਲੀ ਭਾਜਪਾ ਗੱਠਜੋੜ ਦੀ, ਕਿ ਇੱਕ ਪਾਸੇ ਜਿੱਥੇ ਬੀਜੇਪੀ ਦੇ ਲੋਕ, ਬੀਜੇਪੀ ਦੇ ਲੀਡਰ ਖਾਲਿਸਤਾਨ ਦੀ ਮੰਗ ਨੂੰ ਸਿਰੇ ਤੋਂ ਨਕਾਰ ਰਹੇ ਨੇ, ਉੱਥੇ ਹੀ ਅਕਾਲੀ ਦਲ ਵੱਧ ਚੜ ਕੇ ਉਸ ਦੀ ਮੰਗ ਕਰ ਰਿਹਾ ਹੈ। ਮੈਂ ਸਮਝਦਾ ਕਿ ਇਸੇ ਮੁੱਦੇ ਨੂੰ ਲੈ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਉਹਨਾਂ ਦੇ ਇਮੋਸ਼ਨਸ ਦੇ ਨਾਲ, ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਕੇ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਔਰ ਭਾਜਪਾ ਲੰਮੇ ਸਮੇਂ ਤੋਂ ਲੋਕਾਂ ਦੀਆਂ ਵੋਟਾਂ ਬਟੋਰਦੀ ਰਹੀ ਹੈ, ਇਹ ਅੱਜ ਬਿੱਲੀ ਹੈ ਜਿਹੜੀ ਉਹ ਇਸ ਗੱਠਜੋੜ ਦੇ ਥੈਲੇ ਦੇ ਵਿੱਚੋਂ ਬਾਹਰ ਆ ਚੁੱਕੀ ਹੈ। ਸਾਨੂੰ ਆਮ ਆਦਮੀ ਪਾਰਟੀ ਨੂੰ 2017 ਦੀਆਂ ਚੋਣਾਂ ਤੋਂ ਪਹਿਲਾਂ ਖਾਲਿਸਤਾਨੀ ਗਰਦਾਨਿਆ ਸੀ ਇਹਨਾਂ ਅਕਾਲੀ ਦਲ ਦੇ ਲੋਕਾਂ ਵੱਲੋਂ, ਪਰ ਅੱਜ ਇਹਨਾਂ ਦਾ ਆਪਣਾ ਅਸਲੀ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਾ। ਪੰਜਾਬ ਦੇ ਲੋਕ ਨੇ ਜਿਹੜੇ ਸਮਝ ਚੁੱਕੇ ਨੇ। ਮੈਂ ਸਮਝਦਾ ਕਿ ਅਕਾਲੀ ਦਲ ਦਾ, SGPC ਪ੍ਰਧਾਨ ਦਾ ਔਰ ਜਥੇਦਾਰ ਸਾਹਿਬ ਦਾ ਇਹ ਖਾਲਿਸਤਾਨ ਦੀ ਮੰਗ ਕਰਨ ਦਾ ਬਿਆਨ ਹੈ ਜਿਹੜਾ ਉਹ ਗੈਰ ਜ਼ਿੰਮੇਵਾਰਾਨਾ ਹੈ, ਤੇ ਕੋਈ ਵੀ ਪੰਜਾਬੀ ਅੱਜ ਇਸ ਬਿਆਨ ਦਾ ਸਮਰਥਨ ਹੈ ਜਿਹੜਾ ਉਹ ਨਹੀਂ ਕਰਦਾ ਹੈਗਾ। ਹਾਂ, ਅੱਜ ਖਾਲਿਸਤਾਨ ਦੀ ਨਹੀਂ ਦੀ ਮੰਗ ਕਰਨ ਦੀ ਲੋੜ ਨਹੀਂ, ਅੱਜ ਖਾਲਸ ਪੰਜਾਬ ਨੂੰ ਹੀ ਖਾਲਸ ਸਥਾਨ ਬਣਾਉਣ ਦੀ ਲੋੜ ਹੈ। ਖਾਲਸ ਮਤਲਬ ਪਿਓਰ, ਸ਼ੁੱਧ,
ਉਹ ਸਥਾਨ ਪੰਜਾਬ ਉਹ ਸਥਾਨ ਹੋਣਾ ਚਾਹੀਦਾ ਹੈ, ਹਿੰਦੁਸਤਾਨ ਦਾ ਭਾਰਤ ਦਾ ਹਿੱਸਾ ਹੋਣਾ ਚਾਹੀਦਾ ਹੈ, ਅਟੁੱਟ ਅੰਗ ਹੋਣਾ ਚਾਹੀਦਾ ਹੈ ਤੇ ਉਹ ਖਾਲਿਸਤਾਨ ਪਿਓਰ ਸ਼ੁੱਧ ਸਥਾਨ ਹੋਣਾ ਚਾਹੀਦਾ ਹੈ ਜਿੱਥੇ ਕਿਸੇ ਵੀ ਨੌਜਵਾਨ ਨੂੰ ਨਸ਼ੇ ਦੀ ਲੱਤ ਨਾ ਹੋਵੇ, ਕੋਈ ਵੀ ਨੌਜਵਾਨ ਰੋਜ਼ਗਾਰ ਤੋਂ ਨੌਕਰੀ ਤੋਂ ਬਿਨਾਂ ਵਾਂਝਾ ਨਾ ਹੋਵੇ, ਕੋਈ ਵੀ ਕਿਸਾਨ ਖੁਦਕੁਸ਼ੀ ਨਾ ਕਰਦਾ ਹੋਵੇ, ਕਰਜ਼ਾ ਮੁਕਤ ਪੰਜਾਬ ਹੋਵੇ, ਪਾਣੀ ਮਿੱਟੀ ਔਰ ਹਵਾ ਉਹ ਸ਼ੁੱਧ ਹੋਵੇ, ਕਿਸਾਨਾਂ ਨੂੰ ਉਹਨਾਂ ਦਾ ਜਿਹੜਾ ਮਿਹਨਤ ਦਾ ਮੁੱਲ ਹੈ ਉਹ ਮਿਲਦਾ ਹੋਵੇ, ਇੰਡਸਟਰੀ ਵਪਾਰੀ ਜਿਹੜੇ ਉਹ ਖੁਸ਼ਹਾਲ ਹੋਣ ਔਰ ਪੰਜਾਬ ਦੇ ਵਿੱਚ ਹਰ ਪਾਸੇ ਖੁਸ਼ਹਾਲੀ ਹੋਵੇ, ਏਕਤਾ ਹੋਵੇ, ਭਾਈਚਾਰਕ ਸਾਂਝ ਹੋਵੇ। ਜੋ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਜੋ ਸੁਪਨਾ ਦੇਖਿਆ ਸੀ ਪੰਜਾਬ ਦਾ, 5 ਆਬਾਂ ਦੀ ਧਰਤੀ ਪੰਜਾਬ ਹੋਣਾ ਚਾਹੀਦਾ। ਅੱਜ ਉਹ ਖਾਲਸ ਮਤਲਬ ਪਿਓਰ ਸ਼ੁੱਧ ਉਹ ਸਥਾਨ ਹੋਣਾ ਚਾਹੀਦਾ ਪੰਜਾਬ, ਨਾ ਕਿ ਖਾਲਿਸਤਾਨ। ਉਹ ਖਾਲਿਸਤਾਨ ਜਿਸ ਦੀ ਮਿੱਟੀ, ਜਿਸ ਦੇ ਸੁਪਨੇ ਦੇ ਵਿੱਚ ਹੀ ਹਜ਼ਾਰਾਂ ਸੈਂਕੜੇ ਲੋਕਾਂ ਦੇ ਖੂਨ ਨੇ ਜਿਹੜੇ ਉਹ ਖੂਨ ਦੇ ਨਾਲ ਉਹ ਰੰਗਿਆ ਹੋਇਆ, ਉਹ ਖਾਲਿਸਤਾਨ ਅੱਜ ਕਿਸੇ ਨੂੰ ਨਹੀਂ ਚਾਹੀਦਾ। ਪੰਜਾਬ ਨੂੰ ਮੁੜ ਕੇ ਦੁਬਾਰਾ 5 ਆਬਾਂ ਦੀ ਧਰਤੀ ਪੰਜਾਬ ਬਣਾਉਣ ਦੀ ਲੋੜ ਹੈ। ਉਸ ਪਾਸੇ ਵੱਲ ਮੈਂ ਸਮਝਦਾ ਕਿ ਸਾਰਿਆਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਸਾਰੀਆਂ ਸਰਕਾਰਾਂ ਨੂੰ ਚੱਲਣਾ ਚਾਹੀਦਾ। ਸੋ ਇਹ ਜੋ ਬਿਆਨ ਜਥੇਦਾਰ ਸਾਹਿਬ ਦਾ, SGPC ਪ੍ਰਧਾਨ ਦਾ ਔਰ ਅਕਾਲੀ ਦਲ ਦਾ ਹੈ, ਮੈਂ ਸਮਝਦਾ ਕਿ ਇਹ ਦੇਸ਼ ਨੂੰ ਤੋੜਨ ਵਾਲਾ ਬਿਆਨ ਹੈ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਵੇਂ ਇਹ ਕਿਹਾ ਗਿਆ ਹੈ ਕਿ ਜੇਕਰ ਭਾਰਤ ਸਰਕਾਰ ਵੱਲੋਂ ਖਾਲਿਸਤਾਨ ਦਿੱਤਾ ਜਾਂਦਾ ਹੈ ਤਾਂ ਅਸੀਂ ਲਵਾਂਗੇ, ਪਰ ਇਸ ਬਿਆਨ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਗਰਮਾ ਸਕਦੀ ਹੈ। ਬਿਊਰੋ ਰਿਪੋਰਟ। ਸੂਬੇ ਅੰਦਰ ਬੀਜ ਘੁਟਾਲੇ ਦਾ ਮੁੱਦਾ ਅਤੇ ਕੇਂਦਰੀ ਕੈਬਨਿਟ ਮੰਤਰੀ ਵੱਲੋਂ ਕਿਸਾਨਾਂ ਲਈ ਲਏ ਗਏ ਨਵੇਂ 3 ਫੈਸਲਿਆਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ, ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਬੀਜ ਘੁਟਾਲੇ ਨੂੰ ਲੈ ਕੇ ਭਾਵੇਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਪਰ ਇਹ ਮਸਲਾ ਖੇਤੀਬਾੜੀ ਵਿਭਾਗ ਦਾ ਹੈ ਤੇ ਕੀ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਖਿਲਾਫ ਜਾਂਚ ਕਰਵਾਉਣਗੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਸੂਬੇ ਦੇ ਅਧਿਕਾਰਾਂ ਤੇ ਸਿੱਧਾ ਡਾਕਾ ਮਾਰਿਆ ਜਾ ਰਿਹਾ ਹੈ। ਇੱਕ ਨਕਲੀ ਬੀਜਾਂ ਦਾ ਘੁਟਾਲਾ ਜਿਹੜਾ ਕਿ ਐਗਰੀਕਲਚਰ ਮਿਨਿਸਟਰੀ ਨਾਲ ਰਿਲੇਟਡ ਹੈ, ਉਹਦੇ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਖੁਦ ਨੇ। ਦੂਜਾ ਐਕਸਾਈਜ਼ ਦਾ ਘੁਟਾਲਾ, ਜਿਹਨੂੰ ਕਾਫੀ ਤੁਸੀਂ ਵੀ ਕਵਰ ਕੀਤਾ ਪਿਛਲੇ ਦਿਨੀ ਕੈਬਨਿਟ ਦੀਆਂ ਮੀਟਿੰਗਾਂ ਦੇ ਵਿੱਚ, ਕਿਸ ਤਰ੍ਹਾਂ ਜਿਹੜੀਆਂ ਵਾਕਆਊਟ, ਮਾਫੀਆਂ, ਸਭ ਜੋ ਵੀ ਹੋਇਆ ਤੁਹਾਡੇ ਸਾਹਮਣੇ ਸੀਗਾ। ਐਕਸਾਈਜ਼ ਦੇ ਮਿਨਿਸਟਰ ਵੀ ਕੈਪਟਨ ਅਮਰਿੰਦਰ ਸਿੰਘ ਨੇ, ਯਾਨੀ ਕਿ 2 ਘੁਟਾਲੇ ਸਾਹਮਣੇ ਆਏ। ਦੋਨੋਂ ਦੇ ਮਿਨਿਸਟਰ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਤੇ ਉਹ ਜਾਂਚ ਵਾਸਤੇ ਉਹ ਕਹਿੰਦੇ SIT ਬਣਾਈ ਹੈ ਹੁਣ, ਜਿਹੜੀ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਆਪਦੇ ਖਿਲਾਫ ਹੀ ਜਾਂਚ ਕਰਵਾਉਣਗੇ। ਕਿਵੇਂ ਯਕੀਨ ਕਰ ਲੈਣ ਲੋਕ ਇਹ, ਜਦ ਕਿ ਉਹ ਤਾਂ ਹਜੇ ਤੱਕ ਮਜੀਠੀਏ ਦੇ ਖਿਲਾਫ ਜਾਂਚ ਨਹੀਂ ਹੋਣ ਦੇ ਰਹੇ। ਉਹਨਾਂ ਦੇ ਆਪਣੇ ਮਿਨਿਸਟਰ ਕਹਿ ਰਹੇ ਨੇ, ਉਹਨਾਂ ਦੇ ਆਪਣੇ MLA ਕਹਿ ਰਹੇ ਨੇ ਕਿ ਕਿਉਂ ਨਹੀਂ ਹੋਣ ਦੇ ਰਹੇ ਤੁਸੀਂ, ਅਸੀਂ ਕਿਹੜਾ ਮੂੰਹ ਲੈ ਕੇ ਜਾਵਾਂਗੇ ਲੋਕਾਂ ਕੋਲੇ। ਸਾਨੂੰ ਲੋਕ ਹੁਣ ਜਿਹੜੇ ਨੇ ਪਿੰਡਾਂ ਦੇ ਵਿੱਚ ਉਹ ਵੜਨ ਨਹੀਂ ਦਿੰਦੇ ਕਿ ਤੁਸੀਂ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਗਏ। ਔਰ ਜਿਹੜਾ SIT ਦਾ ਚੇਅਰਪਰਸਨ ਹੈਗਾ ਉਹ ਆਪਣੇ ਹੀ ਮੰਤਰੀ ਬਣਾਇਆ, ਉਹ ਵੀ ਮਾਈਨਿੰਗ ਦੇ ਉਹਦੇ ਤੇ ਦੋਸ਼ ਲੱਗਦੇ ਨੇ। ਉਹ ਮੰਤਰੀ ਦੀ ਕੀ ਮਤਲਬ ਹੈਸੀਅਤ ਹੋਊਗੀ ਮੁੱਖ ਮੰਤਰੀ ਦੇ ਸਾਹਮਣੇ ਕਿ ਉਹ ਮੁੱਖ ਮੰਤਰੀ ਦੇ ਵਿਰੁੱਧ ਜਾਂਚ ਕਰ ਲੇ। ਤਾਂ ਪਹਿਲੀ ਗੱਲ ਤਾਂ ਅਸੀਂ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਇਹਦੀ ਜਿਹੜੀ ਜਾਂਚ ਦੀ ਮੰਗ ਕਰਦੇ ਹਾਂ। ਤੇ ਨੰਬਰ 2 ਤੇ ਸੁਖਜਿੰਦਰ ਰੰਧਾਵਾ ਜੀ ਤਾਂ ਜੇਲ੍ਹ ਮੰਤਰੀ ਨੇ, ਤੇ ਬੀਜਾਂ ਦੇ ਘੁਟਾਲੇ 'ਚ ਨਾਮ ਉਹਨਾਂ ਦਾ ਆਉਂਦਾ ਹੈ। ਜੇਲ੍ਹ ਮੰਤਰੀ ਦੇ ਘੁਟਾਲੇ ਤਾਂ ਜਿਹੜੇ ਆਪਾਂ ਸੁਣਦੇ ਰਹਿੰਦੇ ਹਾਂ, ਉਹ ਤਾਂ ਫਿਰ ਜੇਲ੍ਹ 'ਚ ਮੋਬਾਈਲ, ਜੇਲ੍ਹ 'ਚ ਨਸ਼ੇ, ਜੇਲ੍ਹ ਦੇ ਵਿੱਚ ਕੋਈ ਹੋਰ ਗੈਂਗਸਟਰ ਜਾਂ ਕੋਈ ਫਲਾਣਾ ਧਮਕਾ, ਇੱਦਾਂ ਦੇ ਜੇਲ੍ਹਾਂ ਦੇ ਘੁਟਾਲਿਆਂ ਦੇ ਤਾਂ ਆਪਾਂ ਨੂੰ ਪਹਿਲਾਂ ਖਬਰਾਂ ਆਉਂਦੀਆਂ ਸੀ। ਜੇਲ੍ਹ ਮੰਤਰੀ ਬੀਜਾਂ ਦੇ ਘੁਟਾਲੇ 'ਚ ਆ ਗਿਆ ਜੀ, ਜਿਹਦਾ ਕਿ ਮਿਨਿਸਟਰ ਚੀਫ ਮਿਨਿਸਟਰ ਹੈ, ਐਗਰੀਕਲਚਰ ਮਿਨਿਸਟਰ। ਜਾਂ ਤਾਂ ਫਿਰ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਪਤਾ ਸੀ, ਜਾਂ ਫਿਰ ਬਿਲਕੁਲ ਨਹੀਂ ਪਤਾ ਸੀ। ਕੈਪਟਨ ਸਾਹਿਬ ਇਹ ਸਟੈਂਡ ਸਪਸ਼ਟ ਕਰ ਦੇਣ। ਜੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ, ਉਹਨਾਂ ਨੂੰ ਹਨੇਰੇ 'ਚ ਰੱਖ ਕੇ ਘੁਟਾਲਾ ਹੋਇਆ, ਤਾਂ ਫਿਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਮੰਗ ਕਰਦੇ ਹਾਂ ਕਿ ਸੁਖਜਿੰਦਰ ਰੰਧਾਵਾ ਨੂੰ ਤੁਰੰਤ ਪ੍ਰਭਾਵ ਤੇ ਇਮੀਡੀਏਟਲੀ ਕੈਬਨਿਟ 'ਚੋਂ ਕੱਢਿਆ ਜਾਵੇ, ਕਿਉਂਕਿ ਜੇ ਕੈਬਨਿਟ ਦੇ ਵਿੱਚ ਮੰਤਰੀ ਰਹਿਣਗੇ ਤੇ ਉਸੇ ਵੇਲੇ
ਪੈਰਲਲ ਉਹਨਾਂ ਦੀ ਜਾਂਚ ਹੋਊਗੀ, SIT ਕਰੂਗੀ ਜਿਹੜੀ, ਤਾਂ ਫਿਰ ਉਹ ਤਾਂ ਜਾਂਚ ਨੂੰ ਪ੍ਰਭਾਵਿਤ ਕਰਨਗੇ। ਫਿਰ ਮੈਂ ਉਦੋਂ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ MSP ਨੂੰ ਖਤਮ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਵੱਡੇ ਪਲੇਅਰ ਕਲਸਟਰ ਬਣਾਉਣਗੇ 30-30,000 40-40,000 ਏਕੜ ਦੇ, ਅੰਬਾਨੀਜ਼ ਅੰਡਾਨੀਜ਼ ਦੇ ਸਾਈਲੋ ਬਣਨਗੇ। ਉਸ ਵੇਲੇ ਸ਼ਾਇਦ ਕਈਆਂ ਨੇ ਸੋਚਿਆ ਹੋਣਾ ਸ਼ਾਇਦ ਵਿਰੋਧੀ ਪਾਰਟੀ ਤੌਰ 'ਤੇ ਇਲਜ਼ਾਮ ਲਾ ਰਹੇ ਨੇ, ਪਰ 19 ਮਈ ਤੋਂ ਅੱਜ 6 ਜੂਨ ਤੱਕ ਪਹੁੰਚਦੇ ਸਿਰਫ 15-16 ਦਿਨਾਂ 'ਚ ਇਹ ਗੱਲ ਸਾਬਤ ਹੋ ਚੁੱਕੀ ਹੈ। ਉਹਨਾਂ ਨੇ ਆਰਡੀਨੈਂਸ ਜਾਰੀ ਕਰਤਾ ਜੀ ਕਿ ਪੰਜਾਬ ਤੇ ਹਰਿਆਣਾ ਨੂੰ ਸਪੈਸੀਫਿਕਲੀ ਰੱਖਿਆ ਉਹਦੇ 'ਚ ਕਿ ਇੱਥੋਂ MSP ਖਤਮ ਕਰੋ। ਸਿਰਫ ਪੰਜਾਬ ਤੇ ਹਰਿਆਣਾ ਨੇ ਜਿਨ੍ਹਾਂ ਨੇ ਪ੍ਰੋਕਿਉਰਮੈਂਟ ਦਾ ਢਾਂਚਾ ਬਣਾਇਆ ਹੋਇਆ ਸੀ। ਸਾਡੀਆਂ ਜਿਹੜੀਆਂ ਖਰੀਦ ਏਜੰਸੀਆਂ ਨੇ, ਪਨਗ੍ਰੇਨ ਹੋ ਗਈ, ਮਾਰਕਫੈਡ ਹੋ ਗਈ, ਬਾਕੀ ਜਿਹੜੀਆਂ ਸਾਡੀਆਂ FCI ਹੋ ਗਈ, ਚਲੋ ਸੈਂਟਰ ਦੀ ਹੈ, ਸਿਰਫ ਪੰਜਾਬ ਤੇ ਹਰਿਆਣਾ ਨੇ ਆਪਣਾ ਪ੍ਰੋਕਿਉਰਮੈਂਟ ਦਾ ਸਿਸਟਮ ਬਣਾਇਆ ਸੀਗਾ, ਬਾਕੀ ਹੋਰ ਕਿਤੇ ਨਹੀਂ ਹੈਗਾ ਮੁਲਕ 'ਚ। UP ਦੇ ਵਿੱਚ ਅੱਜ ਵੀ MSP ਤੋਂ 1000 ਰੁਪਈਆ ਘੱਟ ਜਿਹੜਾ ਝੋਨਾ ਵਿਕ ਰਿਹਾ, 400 ਰੁਪਈਆ ਪੂਰੇ ਦੇਸ਼ ਦੇ ਵਿੱਚ ਪੰਜਾਬ ਤੇ ਹਰਿਆਣੇ ਤੋਂ ਬਿਨਾਂ ਕਣਕ ਜਿਹੜੀ ਹੈ ਉਹ 400 ਰੁਪਈਆ ਘੱਟ ਵਿਕ ਰਹੀ ਹੈ MSP ਤੋਂ। ਠੀਕ ਹੈ ਜੀ, ਬਿਲਕੁਲ ਇਸੇ ਤਰ੍ਹਾਂ ਕਰਨ ਦਾ ਹੁਣ ਪੰਜਾਬ ਤੇ ਹਰਿਆਣੇ ਦਾ ਵਾਰੀ ਆ ਗਈ। ਦੇਖੋ, ਖੇਤੀ, ਐਜੂਕੇਸ਼ਨ ਤੇ ਹੈਲਥ, ਇਹ ਤਿੰਨੋਂ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਤਿੰਨੋਂ ਸਟੇਟਾਂ ਦੇ ਰਾਈਟ ਨੇ, ਰਾਜਾਂ ਦੇ ਅਧਿਕਾਰ ਨੇ। ਇਹ ਐਜੂਕੇਸ਼ਨ ਤੇ ਹੈਲਥ ਤਾਂ ਅਸੀਂ ਪਹਿਲਾਂ ਹੀ ਦੇਤੀ ਉਹਨਾਂ ਨੂੰ। ਜੇ ਅਸੀਂ PGI ਬਣਾਉਣਾ ਹੋਵੇ ਸਾਨੂੰ ਸੈਂਟਰ ਵੱਲ ਦੇਖਣਾ ਪੈਂਦਾ। ਐਜੂਕੇਸ਼ਨ ਵੀ ਉਹ ਲੈ ਗਏ, ਹੈਲਥ ਵੀ ਲੈ ਗਏ। ਐਜੂਕੇਸ਼ਨ ਕਿਵੇਂ, ਹੁਣ ਉਹ ਸਾਡੇ ਇਤਿਹਾਸ 'ਚ ਬਦਲਾਅ ਕਰੀ ਜਾਂਦੇ ਨੇ, ਅਸੀਂ ਰੋਜ਼ ਰੋਈ ਜਾਂਦੇ ਹਾਂ ਜੀ, ਆਹ ਦੇਖੋ ਜੀ ਆਹ ਕੀ ਕਰਤਾ ਜੀ, ਆਹ ਜਿਹੜਾ ਸਿਲੇਬਸ ਦੇ ਵਿੱਚ ਆਹ ਬਦਲਾਅ ਕਰਤਾ। ਉਹ ਇਤਿਹਾਸ ਨੂੰ ਤਰੋੜੀ ਮਰੋੜੀ ਜਾਂਦੇ ਨੇ, ਕਿਉਂਕਿ ਐਜੂਕੇਸ਼ਨ ਉਹਨਾਂ ਨੇ ਪਹਿਲਾਂ ਹੀ ਕਬਜ਼ੇ 'ਚ ਲੈ ਲਈ, ਹੈਲਥ ਲੈ ਲਈ, ਅਤੇ ਹੁਣ ਰਹਿ ਗਈ ਸੀ ਖੇਤੀ, ਉਹ ਵੀ ਲੈ ਗਏ ਜੀ। ਅਤੇ ਜਿਹੜਾ ਆਰਡੀਨੈਂਸ ਜਾਰੀ ਹੋਇਆ MSP ਨੂੰ ਖਤਮ ਕਰਨ ਵਾਲਾ, ਉਹ ਅਕਾਲੀ ਦਲ ਦੇ ਬਠਿੰਡਾ ਤੋਂ MP ਮਾਨਯੋਗ ਸ਼੍ਰੀਮਤੀ ਹਰਸਿਮਰਤ ਕੌਰ, ਜਿਹੜੇ ਕਿ ਨੂੰਹ ਰਾਣੀ ਨੇ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਕਿਸਾਨਾਂ ਦੇ ਮਸੀਹੇ ਦੇ ਅਵਾਰਡ ਜਿੱਤਦੇ ਰਹੇ ਨੇ ਜਾਂ ਕਹਿੰਦੇ ਰਹੇ ਉਹਨਾਂ ਨੂੰ, ਉਹਨਾਂ ਦੀ ਮੌਜੂਦਗੀ 'ਚ ਹੋਇਆ ਜੀ ਇਹ ਆਰਡੀਨੈਂਸ ਕੈਬਨਿਟ 'ਚ। ਫਿਰ ਇਹ ਅਕਾਲੀ ਦਲ ਸਟੈਂਡ ਸਪਸ਼ਟ ਕਰੇ ਵੀ ਉਹ ਕਿੱਧਰ ਨੇ ਹੁਣ। ਅਤੇ ਉਹ ਕਹਿ ਕੀ ਰਹੇ ਨੇ, ਕਹਿ ਰਹੇ ਨੇ ਜੀ, ਸੁਖਬੀਰ ਬਾਦਲ ਸਵਾਗਤ ਕਰ ਰਹੇ ਨੇ ਉਹਦਾ, ਕਹਿੰਦੇ ਹਾਂਜੀ ਹਾਂਜੀ ਇਹ ਵਧੀਆ ਗੱਲ ਹੋ ਗਈ। ਰਾਜਾਂ ਦੇ ਅਧਿਕਾਰ ਖੋਣ ਨੂੰ ਹੁਣ ਅਕਾਲੀ ਦਲ ਵਧੀਆ ਕਹਿ ਰਿਹਾ। ਅਤੇ ਅਨੰਦਪੁਰ ਦੇ ਮਤੇ ਵੇਲੇ ਪਤਾ ਨਹੀਂ ਕਿੱਡੇ ਵੱਡੇ ਕਹਿੰਦੇ ਮੋਰਚੇ ਲਾਉਣ ਦੀਆਂ ਗੱਲਾਂ ਕਰਦੇ ਸੀਗੇ ਕਿ ਰਾਜਾਂ ਦੇ ਅਧਿਕਾਰ ਜਿਹੜੇ ਮਿਲਣੇ ਚਾਹੀਦੇ ਨੇ। ਇਸੇ ਤਰ੍ਹਾਂ NRC ਵੇਲੇ ਕੀਤਾ ਇਹਨਾਂ ਨੇ, ਉੱਥੇ ਹੱਕ 'ਚ ਵੋਟ ਪਾਈ ਹੈ, ਇੱਥੇ ਆ ਕੇ ਵਿਰੋਧ ਕੀਤਾ ਹੈ। ਅਤੇ ਹੁਣ ਕੀ ਹੋਊਗਾ ਜੀ, ਜੋ ਹੁਣ ਫਿਊਚਰ 'ਚ ਹੋਣਾ, ਹੁਣ ਕੀ ਹੋਊਗਾ? GST ਵਾਸਤੇ ਤਾਂ ਪਹਿਲਾਂ ਹੀ ਅਸੀਂ ਮਿੰਨਤਾਂ ਕੱਢ ਰਹੇ ਹਾਂ ਕਿ ਸਾਡੇ ਪੈਸੇ ਦੇ ਦਿਓ ਜੀ, ਉਹ ਵੀ ਲੈ ਗਏ। ਤੋ ਰਾਜਾਂ ਦੇ ਜਿਹੜੇ ਅਧਿਕਾਰਾਂ 'ਤੇ ਡਾਕਾ ਵੱਜਿਆ। ਹੁਣ ਪ੍ਰਾਈਵੇਟ ਪਲੇਅਰ ਆਉਣਗੇ ਜੀ, 3 ਸਾਈਲੋ ਉਹਨਾਂ ਦੇ ਬਣ ਗਏ ਅੰਡਾਨੀਜ਼ ਦੇ, 18 ਦਾ ਹੋਰ ਉਦਘਾਟਨ ਹੋਣ ਲੱਗਿਆ। ਬਸ ਮੰਡੀ ਸਿਸਟਮ ਖਤਮ। 4,500 ਕਰੋੜ ਦੇ ਲਗਭਗ ਮੰਡੀ ਬੋਰਡ ਦੀ ਜਿਹੜੀ ਫੀਸ ਹੁੰਦੀ ਸੀ ਉਹ ਗਈ, 4% ਪਰਚੇਜ਼ ਟੈਕਸ ਹੈ ਹੋ ਗਿਆ, ਲਗਭਗ 12,000 ਕਰੋੜ ਦਾ ਪੰਜਾਬ ਦੇ ਖਜ਼ਾਨੇ ਨੂੰ ਸਿੱਧਾ ਡਾਕਾ। ਅਤੇ ਮੰਡੀ ਬੋਰਡ ਦਾ ਜਦੋਂ ਫੀਸ ਗਈ ਤਾਂ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਹੈ ਜਿਹਦੇ ਰਾਹੀਂ ਪਿੰਡਾਂ ਦੀਆਂ ਸੜਕਾਂ ਬਣਾਈਆਂ ਜਾਂਦੀਆਂ ਲਿੰਕ ਰੋਡਾਂ, ਉਹ ਖਤਮ ਨੇ। 71,000 ਕਿਲੋਮੀਟਰ ਜਿਹੜੀਆਂ ਸੜਕਾਂ ਨੇ ਉਹ ਮੰਡੀ ਬੋਰਡ ਦੇ ਅੰਡਰ ਆਉਂਦੀਆਂ, ਉਹ ਸਾਰੀਆਂ ਖਤਮ ਹੋ ਜਾਣਗੀਆਂ, ਲਿੰਕ ਰੋਡ ਪਿੰਡਾਂ ਦੀਆਂ। ਅਤੇ 1434 ਖਰੀਦ ਸੈਂਟਰ ਖਤਮ ਹੋ ਜਾਣਗੇ। ਅਤੇ 30,000 ਆੜ੍ਹਤੀਆ ਜਿਹੜਾ ਡਾਇਰੈਕਟ ਤੌਰ 'ਤੇ ਪ੍ਰਭਾਵਿਤ ਹੋਊਗਾ। ਅਤੇ ਉਹਨਾਂ ਦਾ 1616 ਕਰੋੜ ਰੁਪਈਆ ਜਿਹੜਾ ਉਹਨਾਂ ਦੀ ਆੜ੍ਹਤ ਦਾ ਬਣਦਾ, ਉਹ ਵੀ ਅੰਬਾਨੀਆਂ ਅਡਾਨੀਆਂ ਦੇ ਖਾਤੇ 'ਚ। ਅਤੇ ਉਹਨਾਂ ਨਾਲ ਰਿਲੇਟਡ ਮੁਨੀਮ, ਲੇਬਰ, ਪੱਲੇਦਾਰ, ਟਰੱਕ ਆਪਰੇਟਰਸ, ਲਗਭਗ 3 ਲੱਖ ਜਿਹੜਾ ਲੇਬਰ ਦਾ ਜਿਹੜਾ ਵਿਅਕਤੀ ਹੈ, ਕਾਮੇ, ਉਹ ਬਿਲਕੁਲ ਬੇਰੁਜ਼ਗਾਰ ਹੋ ਜਾਣਗੇ। ਉਹਨਾਂ ਦਾ 1116 ਕਰੋੜ ਰੁਪਈਆ ਜਿਹੜਾ ਉਹਨਾਂ ਦਾ ਸਾਲਾਨਾ ਉਹਨਾਂ ਦੀ ਇਨਕਮ, ਉਹ ਸਾਰੀ ਖਤਮ ਹੋ ਜੂਗੀ। ਆ ਜਿਹੜਾ ਆਰਡੀਨੈਂਸ ਹੈ, ਹੁਣ ਇਹਦੇ 'ਚ ਕੀ ਹੋਊਗਾ ਜੀ? ਹੋਸਟ ਜਿਵੇਂ ਹਰਸਿਮਰਤ ਦੀ, ਕੱਲ੍ਹ ਮੈਂ ਇੱਕ ਨਿੱਜੀ ਚੈਨਲ 'ਤੇ ਇੰਟਰਵਿਊ ਦੇਖ ਰਿਹਾ ਸੀ, ਉਹਦੇ 'ਚੋਂ ਕਹਿ ਰਹੇ ਸੀ ਇਹ ਤਾਂ ਵਧੀਆ ਗੱਲ ਹੈ ਕਿ ਪ੍ਰਾਈਵੇਟ ਆਉਣਗੇ ਵਪਾਰੀ ਤਾਂ ਕਿਸਾਨਾਂ ਨੂੰ ਵੱਧ ਭਾਅ ਮਿਲੂਗਾ। ਬਿਲਕੁਲ ਸਹੀ ਕਹਿ ਰਹੇ ਸੀ ਉਹ। ਇਹ ਜਿਹੜੇ ਵੱਡੇ ਪਲੇਅਰ ਨੇ ਨਾ,
ਇਹ ਜਦੋਂ ਵੀ ਕਿਸੇ ਫੀਲਡ ਦੇ ਵਿੱਚ ਐਂਟਰ ਕਰਦੇ ਨੇ, ਸਭ ਤੋਂ ਪਹਿਲਾਂ ਇਹ ਲਗਭਗ ਫ੍ਰੀ ਵਾਂਗੂ, ਚਾਹੇ ਜੀਓ ਲਾ ਲਓ, ਜੀਓ ਆ ਗਿਆ ਜੀ, ਫ੍ਰੀ ਆ ਜੀ ਸਾਰਾ ਕੁਝ, ਜੀਓ ਜਦੋਂ ਬਣ ਗਏ ਉਹਦੇ ਪੂਰਾ ਉਹਨਾਂ ਦਾ ਜਦੋਂ ਡਾਟਾ ਤਿਆਰ ਹੋ ਗਿਆ ਉਦੋਂ ਕਹਿੰਦੇ ਆ ਜਾਓ ਵੀ ਹੁਣ ਇੰਨੇ ਪੈਸੇ ਲੱਗਿਆ ਕਰਨਗੇ। ਤੁਸੀਂ ਜਾ ਨਹੀਂ ਸਕਦੇ, ਪਹਿਲਾਂ ਜਾਲ 'ਚ ਫਸਾਉਂਦੇ ਆ ਤੇ ਆਪਣੇ ਜਿਹੜੇ ਕੰਪੀਟੀਟਰਸ ਨੂੰ ਖਤਮ ਕਰਦੇ ਆ ਬਿਲਕੁਲ ਸੇਮ ਤਰੀਕੇ ਨਾਲ। ਕਿਉਂਕਿ ਜਿਹੜੇ ਆਰਡੀਨੈਂਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਸਾਨੂੰ ਪੰਜਾਬ ਤੇ ਹਰਿਆਣੇ 'ਚ 8.5% ਟੈਕਸ ਦੇਣਾ ਪੈ ਰਿਹਾ। ਆੜਤੀਏ ਦਾ ਜਿਹੜੇ ਹੋਰ ਟੈਕਸ ਨੇ 8.5% ਬਣਦੇ ਆ ਮੰਡੀ ਦੇ, ਤੇ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਨੂੰ ਆਪਾਂ 1% ਤੇ ਖਰੀਦਣ ਵਾਸਤੇ ਇਨਕਰੇਜ ਕਰੀਏ, ਉਹਨਾਂ ਨੂੰ ਉਤਸ਼ਾਹਿਤ ਕਰੀਏ ਵੀ ਉਹ 1% ਤੇ ਖਰੀਦ ਲੈਣ, ਤਾਂ ਸਾਨੂੰ ਵੱਧ ਪੈਸੇ ਦੇਣੇ ਪੈ ਰਹੇ ਨੇ ਪੰਜਾਬ ਤੇ ਹਰਿਆਣਾ 'ਚ। ਇਸ ਕਰਕੇ ਖਤਮ ਕਰ ਦਿਓ। ਉਹ ਕੀ ਕਰਨਗੇ ਜੀ, ਉਹ ਕਿਉਂਕਿ ਅੱਗੇ ਵੋਟਾਂ ਆਉਣਗੀਆਂ ਹੁਣ, ਤਾਂ ਅਕਾਲੀ ਦਲ, ਇਹ ਤੁਸੀਂ ਹੈਰਾਨ ਨਾ ਹੋਇਓ ਕਿ ਸੁਖਬੀਰ ਬਾਦਲ ਇਹ ਕਹਿੰਦਾ ਨਜ਼ਰ ਆਵੇ, ਕਿਉਂਕਿ ਉਹ ਸਾਲ 2 ਸਾਲ ਹੋ ਸਕਦਾ ਜਿਹੜਾ ਉਹਨਾਂ ਨੂੰ 7.5% ਬਚ ਰਿਹਾ ਹੈ। ਪ੍ਰਾਈਵੇਟ ਪਲੇਅਰ ਨੂੰ ਤਾਂ 1% ਦੇਣਾ ਪਊਗਾ, 1 ਤੋਂ ਵੀ ਘਟਾ ਰਹੇ ਨੇ, ਤੇ ਜਿਹੜਾ ਅੱਜ ਦੀ ਡੇਟ 'ਚ ਉਹ 8.5% ਹੈ, ਜਿਹੜਾ 7.5% ਬਚ ਰਿਹਾ ਹੈ ਉਹ ਲਗਭਗ 125 ਤੋਂ 150 ਰੁਪਇਆ ਪਰ ਕੁਇੰਟਲ ਹੈ। ਹੋ ਸਕਦਾ 2 ਸਾਲਾਂ ਵਾਸਤੇ ਕਿਸਾਨਾਂ ਨੂੰ ਲੁਭਾਉਣ ਵਾਸਤੇ, ਆਪਣੇ ਜਾਲ 'ਚ ਫਸਾਉਣ ਵਾਸਤੇ ਉਹ MSP ਤੋਂ 100 ਜਾਂ 150 ਰੁਪਇਆ ਕੁਇੰਟਲ ਜ਼ਿਆਦਾ ਵੀ ਦੇ ਦੇਣ। ਕਿਸਾਨ ਕਵੇ ਵੀ ਆਹ ਤਾਂ ਕਮਾਲ ਹੋ ਗਈ ਯਾਰ, ਸਾਡੀ ਫਸਲ ਦਾ ਇੰਨਾ ਰੇਟ ਮਿਲਣ ਲੱਗ ਗਿਆ। ਅਕਾਲੀ ਦਲ ਕਹੂਗਾ ਕਿਉਂ, ਦੇਖਿਆ ਫਿਰ ਅਸੀਂ ਕੀਤਾ ਹੈ, BJP ਵੀ ਇਹੀ ਕਹੂ। ਪਰ 2 ਸਾਲਾਂ ਦੇ ਵਿੱਚ ਜਦੋਂ ਸਾਰੇ ਜਿਹੜਾ ਮੰਡੀ ਦਾ ਢਾਂਚਾ ਖਤਮ ਹੋ ਗਿਆ, ਉਦੋਂ ਫਿਰ ਉਹ ਆਪਦੀ ਮਨਮਰਜ਼ੀ ਕਰਨਗੇ ਜੀ, ਫਿਰ ਆਪਦੀ ਮਨਮਰਜ਼ੀ ਕਰਨਗੇ, ਫਿਰ ਆਪਦੇ ਗਜਾਂ ਨਾਲ ਨਾਪਣਗੇ। ਉਹ ਬੀਤੇ ਦਿਨੀ ਕੇਂਦਰੀ ਕੈਬਨਿਟ ਮੰਤਰੀ ਵੱਲੋਂ ਕਿਸਾਨਾਂ ਲਈ ਲਿਆਂਦੇ ਗਏ 3 ਨਵੇਂ ਆਰਡੀਨੈਂਸਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਹੁਣ ਇਸ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਬੈਂਸ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਸੂਬੇ ਦੀਆਂ ਸ਼ਕਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਖੇਤੀ ਖੇਤਰ ਸੂਬਾ ਸਰਕਾਰਾਂ ਦੇ ਅਧੀਨ ਆਉਂਦਾ ਹੈ ਅਤੇ ਨਵੇਂ ਆਰਡੀਨੈਂਸਾਂ ਨਾਲ ਸਿੱਧਾ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਦੀ ਇਕੱਤਰਤਾ, ਜਿਹੜਾ ਮੋਦੀ ਸਰਕਾਰ ਨੇ ਇੱਕ ਆਰਡੀਨੈਂਸ ਕਾਨੂੰਨ ਦਾ ਰੂਪ ਅਖਤਿਆਰ ਕਰ ਗਿਆ, ਇੱਕ ਦੇਸ਼ ਇੱਕ ਮੰਡੀ, ਅਸੀਂ ਉਹਦੇ ਬੜੀ ਲੰਬੀ ਵਿਚਾਰ ਚਰਚਾ ਕਰਕੇ ਉਹਦੇ ਨਫੇ ਤੇ ਨੁਕਸਾਨ ਕੀ ਹੈਗੇ ਆ। ਸੋ ਸਭ ਤੋਂ ਪਹਿਲਾ ਵੱਡਾ ਜਿਹੜਾ ਡਾਕਾ ਹੈਗਾ, ਸਾਡਾ ਦੇਸ਼ ਇੱਕ ਫੈਡਰਲ ਸਿਸਟਮ ਦੇ ਅੰਦਰ ਹੈ, ਸੰਘੀ ਢਾਂਚਾ ਦੇਸ਼ ਹੈ, ਜਿੱਥੇ ਸ਼ਕਤੀਆਂ ਦੀ ਵੰਡ ਹੋਈ ਹੈ। ਕੇਂਦਰ ਦੀਆਂ ਸ਼ਕਤੀਆਂ ਅਲੱਗ ਤੇ ਰਾਜਾਂ ਦੀਆਂ ਸ਼ਕਤੀਆਂ ਅਲੱਗ ਹੈਗੀਆਂ ਨੇ। ਸੋ ਇਹ ਕੇਂਦਰ ਵੱਲੋਂ ਸਟੇਟ ਦੀਆਂ ਪਾਵਰਾਂ ਦੇ ਉੱਤੇ, ਰਾਜਾਂ ਦੀਆਂ ਸ਼ਕਤੀਆਂ ਦੇ ਉੱਤੇ ਇੱਕ ਬਹੁਤ ਵੱਡਾ ਡਾਕਾ, ਕਿਉਂਕਿ ਜਿਹੜਾ ਐਗਰੀਕਲਚਰ ਹੈ ਉਹ ਸਟੇਟ ਸਬਜੈਕਟ ਹੈ, ਉਹ ਸੈਂਟਰਲ ਸਬਜੈਕਟ ਨਹੀਂ। ਉਹ ਪਾਰਟੀ ਜਿਹਦੀ ਅੱਜ ਇੱਕ ਕੈਬਨਿਟ ਵਜ਼ੀਰ ਮੋਦੀ ਗਵਰਨਮੈਂਟ ਦੇ ਵਿੱਚ ਬੈਠੀ ਹੈ, ਉਹ ਪਾਰਟੀ ਜਿਹੜੀ ਮੁੱਢ ਕਦੀਮ ਤੋਂ, ਇਹਨਾਂ ਵੇਲੇ ਤੋਂ ਨਹੀਂ, ਮੁੱਢ ਕਦੀਮ ਤੋਂ ਜਿਹੜੀ ਪਾਰਟੀ ਦਾ ਇਹ ਪ੍ਰਿੰਸੀਪਲ ਤੇ ਸਿਧਾਂਤ ਰਿਹਾ, ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ, ਅੱਜ ਅਫਸੋਸ ਹੈ ਕਿ ਉਸ ਪਾਰਟੀ ਦੀ ਕੈਬਨਿਟ ਵਜ਼ੀਰ ਉਸੇ ਮੀਟਿੰਗ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਖਤਮ ਕਰਨ ਵਾਸਤੇ, ਕਿਸਾਨੀ ਨੂੰ ਖਤਮ ਕਰਨ ਵਾਸਤੇ ਉਸ ਆਰਡੀਨੈਂਸ ਦੇ ਉੱਤੇ ਸਾਈਨ ਕਰਦੀ ਹੈ। ਇਹ ਆਰਡੀਨੈਂਸ ਹੈ ਕੀ ਹੈ? ਕਾਲਾ ਕਾਨੂੰਨ ਹੈ। ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਖਤਮ ਕਰਨ ਵਾਸਤੇ ਅੱਗੇ ਕਮੇਟੀ ਹੈ, ਨੋਟੀਫਾਈਡ ਏਰੀਆ ਕਮੇਟੀ, ਕਿਸੇ ਕਮੇਟੀ ਦੇ ਕੋਲੇ 50 ਪਿੰਡ ਜੁੜੇ ਹੋਏ ਆ, ਕਿਸੇ ਕਮੇਟੀ ਦੇ ਅੰਡਰ 100 ਪਿੰਡ ਜੁੜੇ ਆ, ਉਹਦੀ ਜੂਰੀਡਿਕਸ਼ਨ ਹੈ ਕਮੇਟੀ ਦੀ। ਇਸ ਨਵੇਂ ਕਾਲੇ ਕਾਨੂੰਨ ਨੂੰ ਅਸੀਂ ਪੂਰਾ ਤਰੀਕੇ ਦੇ ਨਾਲ, ਬਰੀਕੀ ਦੇ ਨਾਲ ਪੜ੍ਹ ਕੇ ਹਟਿਆ, ਵਾਚਿਆ, ਉਹ ਜੂਰੀਡਿਕਸ਼ਨ ਖਤਮ ਕਰਤੀ। 50 ਪਿੰਡਾਂ ਦੀ, 100 ਪਿੰਡਾਂ ਦੀ, 20 ਪਿੰਡਾਂ ਦੀ ਜੂਰੀਡਿਕਸ਼ਨ ਖਤਮ। ਸਿਰਫ ਤੇ ਸਿਰਫ ਅਨਾਜ ਮੰਡੀ ਦੀ 4 ਦੀਵਾਰੀ ਹੀ ਜੂਰੀਡਿਕਸ਼ਨ ਰਹਿ ਗਈ। ਉਸ 4 ਦੀਵਾਰੀ ਤੋਂ ਬਾਹਰ ਕਿਸਾਨ ਨੂੰ ਕੋਈ ਵਪਾਰੀ ਲੁੱਟੇ, ਕਿਸਾਨ ਦਾ ਆਰਥਿਕ ਤੌਰ ਤੇ ਕਮਜ਼ੋਰੀ ਦਾ ਨਜਾਇਜ਼ ਫਾਇਦਾ ਚੱਕੇ। ਸੋ ਕੈਪਟਨ ਅਮਰਿੰਦਰ ਸਿੰਘ, ਹੈਰਾਨਗੀ ਦੀ ਗੱਲ ਇਹ ਹੈ ਕਿ ਸਿਰਫ ਤੇ ਸਿਰਫ ਅਖਬਾਰੀ ਬਿਆਨ ਦੇ ਰਹੇ ਆ। ਸੁਖਬੀਰ ਬਾਦਲ, ਅਕਾਲੀ ਦਲ ਵਾਲੇ ਸਿਰਫ ਤੇ ਸਿਰਫ ਪ੍ਰੈਸ ਦੇ ਅੱਗੇ ਜਾ ਕੇ ਸਟੇਟਮੈਂਟਾਂ ਦੇ ਰਹੇ ਆ। ਕੋਈ ਠੋਸ ਪ੍ਰੋਗਰਾਮ ਕਿਉਂ ਨਹੀਂ ਲੀਕਦੇ? ਮੇਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੁਜੈਸ਼ਨ ਹੈ, ਅਪੀਲ ਹੈਗੀ ਕਿ ਤੁਰੰਤ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਬੁਲਾਇਆ ਜਾਵੇ। ਜਿਹੜਾ ਕੇਂਦਰ ਦਾ ਇਹ ਕਾਲਾ ਕਾਨੂੰਨ ਆ, ਉਸ ਕਾਲੇ ਕਾਨੂੰਨ ਦਾ ਪੰਜਾਬ ਵਿਧਾਨ ਸਭਾ ਦੇ ਅੰਦਰ ਵਿਰੋਧ ਪ੍ਰਸਤਾਵ ਪਾਸ ਕੀਤਾ ਜਾਵੇ।
ਤਾਂ ਜੋ ਪੰਜਾਬ ਨੂੰ ਦੇਖ ਕੇ ਦੇਸ਼ ਦੇ ਅੰਦਰ ਦੂਜੇ ਸੂਬਿਆਂ ਦੀਆਂ ਅਸੈਂਬਲੀਆਂ ਇਸ ਰਸਤੇ ਤੇ ਤੁਰ ਕੇ ਦੇਸ਼ ਦੇ ਕਿਸਾਨ ਨੂੰ ਬਚਾਉਣ ਵਾਸਤੇ, ਜਿਹੜਾ ਅਡਾਨੀਆਂ ਤੇ ਅੰਬਾਨੀਆਂ ਦਾ ਕਬਜ਼ਾ ਖੇਤੀਬਾੜੀ ਸੈਕਟਰ ਦੇ ਉੱਤੇ ਕਿਸਾਨਾਂ ਨੂੰ ਮਾਰਨ ਵਾਸਤੇ ਇਹ ਕਾਲਾ ਕਾਨੂੰਨ ਬਣਾਇਆ, ਇਹ ਖਤਮ ਕੀਤਾ ਜਾ ਸਕੇ। ਦੂਜੇ ਪਾਸੇ ਅਕਾਲੀ ਦਲ ਸੁਖਬੀਰ ਬਾਦਲ ਤੇ ਉਹਨਾਂ ਦੇ ਚੇਲੇ ਜਿਹੜੇ ਉਹ ਸਿਰਫ ਤੇ ਸਿਰਫ ਅਖਬਾਰੀ ਬਿਆਨ ਤੱਕ ਸੀਮਿਤ ਆ। ਉਹਨਾਂ ਨੂੰ ਤੁਰੰਤ ਮੋਦੀ ਕੈਬਨਿਟ ਦੇ ਵਿੱਚੋਂ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਰਿਜ਼ਾਈਨ ਦੇ ਕੇ ਵਾਪਸ ਆ ਜਾਣਾ ਚਾਹੀਦਾ ਜੇ ਪੰਜਾਬ ਦੇ ਕਿਸਾਨਾਂ ਦੇ ਉਹ ਵਾਕਈ ਹਤੈਸ਼ੀ ਹੈਗੇ ਆ। ਸੋ ਲੋਕ ਇਨਸਾਫ ਪਾਰਟੀ ਜਿੰਨੀਆਂ ਪੰਜਾਬ ਦੇ ਅੰਦਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਪੋਰਟ ਕਰੇਗੀ, ਖੁਦ ਸੰਘਰਸ਼ ਕਰੇਗੀ। ਇਸ ਕਾਲੇ ਕਾਨੂੰਨ ਨੂੰ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਕਦੇ ਵੀ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ। ਪ੍ਰਸਿੱਧ ਪੰਜਾਬੀ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਨਾਭਾ ਪੁਲਿਸ ਵੱਲੋਂ ਹੁਣ ਸਿੱਧੂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਕੀ ਆ ਪੂਰਾ ਮਾਮਲਾ, ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲੇ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਨਾਭਾ ਪੁਲਿਸ ਵੱਲੋਂ ਸਿੱਧੂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਸਿੱਧੂ ਨੂੰ ਪਟਿਆਲਾ ਦੇ ਨਾਭਾ ਸ਼ਹਿਰ ਦੇ ਬੋੜਾ ਗੇਟ ਤੇ ਪੁਲਿਸ ਵੱਲੋਂ ਘੇਰ ਲਿਆ ਗਿਆ। ਇਸ ਸਮੇਂ ਸਿੱਧੂ ਕਾਲੇ ਸ਼ੀਸ਼ਿਆਂ ਵਾਲੀ ਰੇਂਜ ਰੋਵਰ ਤੇ ਸਵਾਰ ਸਨ। ਨਾਭਾ ਪੁਲਿਸ ਥਾਣਾ ਕੋਤਵਾਲੀ ਮੁਖੀ ਸਰਬਜੀਤ ਸਿੰਘ ਵੱਲੋਂ ਸਿੱਧੂ ਮੂਸੇਵਾਲੇ ਦਾ ਇੱਥੇ ਰੋਕ ਕੇ ਚਲਾਨ ਕੱਟਿਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਖਿਲਾਫ ਪਹਿਲਾਂ ਤੋਂ ਹੀ ਕਾਫੀ ਗੰਭੀਰ ਮਾਮਲੇ ਦਰਜ ਨੇ। ਜ਼ਿਕਰ ਖਾਸ ਹੈ ਕਿ ਬੀਤੇ ਦਿਨੀ ਸਿੱਧੂ ਮੂਸੇਵਾਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਪੰਜਾਬ ਪੁਲਿਸ ਦੀ ਮੌਜੂਦਗੀ ਵਿੱਚ AK-47 ਨਾਲ ਫਾਇਰਿੰਗ ਕਰ ਰਿਹਾ ਸੀ, ਜਿਸ ਤੋਂ ਬਾਅਦ ਸਿੱਧੂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇਸ ਮੌਕੇ ਸਿੱਧੂ ਮੂਸੇਵਾਲੇ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਸ ਨੂੰ ਚਲਾਨ ਕੱਟਣ ਤੋਂ ਬਾਅਦ ਹੀ ਨਾਭਾ ਪੁਲਿਸ ਵੱਲੋਂ ਅੱਗੇ ਭੇਜ ਦਿੱਤਾ ਗਿਆ। ਨਾਭਾ ਪੁਲਿਸ ਵੱਲੋਂ ਭਾਵੇਂ ਸਿੱਧੂ ਮੂਸੇਵਾਲਾ ਖਿਲਾਫ ਕਾਰਵਾਈ ਤਾਂ ਨਹੀਂ ਕੀਤੀ ਗਈ, ਪਰ ਉਸ ਨੂੰ ਸਿਰਫ ਚਲਾਨ ਕੱਟਣ ਤੋਂ ਬਾਅਦ ਗ੍ਰਿਫਤਾਰ ਕਰਨ ਦੀ ਬਜਾਏ ਅੱਗੇ ਭੇਜ ਦਿੱਤਾ ਗਿਆ, ਜਿਸ ਕਾਰਨ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਜਦੋਂ ਕਿ ਮੂਸੇਵਾਲਾ ਖਿਲਾਫ ਆਰਮਜ਼ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਹਨ। ਨਿਊਜ਼ ਡੈਸਕ ਤੋਂ ਰਾਜਿੰਦਰ ਦੀ ਰਿਪੋਰਟ। ਕਪੂਰਥਲਾ ਵਿੱਚ ਦੇਰ ਰਾਤ ਇੱਕ ਭਿਆਨਕ ਹਾਦਸਾ ਹੋਇਆ, ਜਿਸ ਵਿੱਚ ਕਥਿਤ ਤੌਰ ਤੇ ਨਸ਼ੇ ਵਿੱਚ ਟੱਲੀ ਲੜਕੀ ਨੇ ਕਾਰ ਨਾਲ ਟੱਕਰ ਮਾਰ ਕੇ ਦੋ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਦੇਰ ਰਾਤ ਹੋਈ ਇਸ ਘਟਨਾ ਵਿੱਚ ਖੁਦ ਨੌਜਵਾਨ ਲੜਕੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ਤੇ ਰਿਲਾਇੰਸ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਟਰੱਕ ਆ ਕੇ ਖੜਾ ਹੋਇਆ। ਟਰੱਕ ਦਾ ਡਰਾਈਵਰ ਜਿਸ ਤਰ੍ਹਾਂ ਹੀ ਟਰੱਕ ਵਿੱਚੋਂ ਉਤਰਿਆ, ਦੂਜੇ ਪਾਸਿਓਂ ਤੇਜ਼ ਰਫ਼ਤਾਰ ਵਿੱਚ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਡਰਾਈਵਰ ਦੇ ਨਾਲ ਖੜਾ ਟਰੱਕ ਦਾ ਕਲੀਨਰ ਵੀ ਕਾਰ ਦੀ ਚਪੇਟ ਵਿੱਚ ਆ ਗਿਆ। ਉੱਥੇ ਹੀ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਕਾਰ ਦੀ ਸਪੀਡ 120 ਤੋਂ ਉੱਪਰ ਰਹੀ ਹੋਵੇਗੀ ਅਤੇ ਘਟਨਾ ਦੇ ਸਮੇਂ ਉਕਤ ਨੌਜਵਾਨ ਲੜਕੀ ਪੂਰੀ ਤਰ੍ਹਾਂ ਨਸ਼ੇ ਵਿੱਚ ਟੱਲੀ ਸੀ ਅਤੇ ਉਹ ਖੁਦ ਵੀ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਕਾਰ ਦੀ ਹਾਲਤ ਦੇਖ ਕੇ ਘਟਨਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਘਟਨਾ ਵਿੱਚ ਜ਼ਖਮੀ ਡਰਾਈਵਰ ਅਤੇ ਕਲੀਨਰ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਡੀ ਗੱਡੀ ਜਿਹੜੀ ਹੈ ਯੂਪੀ ਦੇ ਵਿੱਚ ਮਾਡਰਨ ਪੁਲਿਸ ਦੀ ਲੈ ਕੇ ਜਾ ਰਹੀ ਹੈ। ਉਹ ਇੱਥੇ ਦੂਜਾ ਪੋਲੂਸ਼ਨ ਨੂੰ ਰੋਕਣ ਵਾਸਤੇ ਉਹਦੇ ਪੈਸੇ ਲੈਣ ਵਾਸਤੇ ਡਰਾਈਵਰ ਇੱਥੇ ਖੜਾ ਸੀਗਾ। ਇੰਨੇ ਚਿਰ ਦੇ ਵਿੱਚ ਇੱਧਰੋਂ ਇੱਕ ਗੱਡੀ ਆਈ ਬੜੀ ਸਪੀਡ 'ਚ, ਜਿਹਦੀ ਰਿਪੋਰਟ 140 150 ਦੀ ਸਪੀਡ 'ਤੇ ਹੋਣੀ ਹੈ। ਉਹ ਰੋਂਗ ਸਾਈਡ ਆ ਕੇ ਥੱਲੇ ਆਣ ਕੇ ਉਹ ਗੱਡੀ ਦੇ ਅਗਲੇ ਬੰਨੇ ਵੱਜੀ। ਗੱਡੀ ਦਾ ਕਲੀਨਰ ਤੇ ਇੱਕ ਸਾਡੀ ਫੈਕਟਰੀ ਦਾ ਫੋਰਮੈਨ, ਉਹ ਦੋਵੇਂ ਬੜੀ ਬੁਰੀ ਤਰ੍ਹਾਂ ਫੱਟੜ ਹੋ ਗਏ ਔਰ ਜਿਹੜਾ ਗੱਡੀ ਦਾ ਕਲੀਨਰ ਆ ਉਹ ਅਜੇ ਵੀ ਸੀਰੀਅਸ ਹਸਪੀਟਲ। ਡਰਾਈਵਰ ਜਿਹੜਾ ਉਹ ਗੱਡੀ ਦੇ ਟਾਇਰ ਚੈੱਕ ਕਰ ਰਿਹਾ ਸੀ, ਇਸ ਕਰਕੇ ਉਹਦਾ ਬਚਾਅ ਹੋ ਗਿਆ। ਔਰ ਜਿਹੜੀ ਲੇਡੀ ਕਾਰ ਚਲਾ ਰਹੀ ਉਹ ਬਹੁਤ ਜ਼ਿਆਦਾ ਸ਼ਰਾਬੀ ਦੇ ਮਾਮਲੇ ਦੀ ਗਾਲਾਂ ਕੱਢ ਰਹੀ ਔਰ ਉਹਨੂੰ ਵੀ ਬੜੀ ਮੁਸ਼ਕਲ ਆਈ ਗੱਡੀ ਦੇ ਵਿੱਚੋਂ ਕੱਢ ਕੇ ਉਹਨੂੰ ਵੀ ਤੇ ਆਪਣੇ ਦੋਵਾਂ ਆਦਮੀਆਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ। ਅਸੀਂ ਤਾਂ ਇੱਥੇ ਕੰਮ ਹੀ ਕਰਦੇ ਪਏ ਸੀਗੇ, ਸਾਡਾ ਧਿਆਨ ਬਹੁਤਾ ਨਹੀਂ ਸੀਗਾ, ਅਸੀਂ ਆਪਣੇ ਕੰਮ ਵੱਲ ਲੱਗੇ ਹੋਏ ਸੀਗੇ ਤੇ ਉਹ ਅਚਾਨਕ ਪੰਪ ਦੇ ਮੂਹਰੇ ਕਾਫੀ ਸਪੀਡ ਨਾਲ ਗੱਡੀ ਦੀ ਮਤਲਬ ਜਦੋਂ ਗੱਡੀ ਘੁੰਮੀ ਆ ਤੇ ਉਹ ਟਾਇਰਾਂ ਦੀ ਆਵਾਜ਼ ਆਈ, ਸਾਡਾ ਤਾਂ ਧਿਆਨ ਪਿਆ ਤੇ ਉਧਰ ਟਰੱਕ ਸਾਈਡ ਤੇ ਲੱਗਾ ਹੋਇਆ ਸੀਗਾ ਤੇ ਉਹਦੇ ਵਿੱਚ ਅਚਾਨਕ ਜਾ ਕੇ ਇਵੇਂ ਵੱਜ ਗਈ ਬਸ। ਤੇ ਅਸੀਂ ਬਾਹਰ ਇਹੀ ਦੇਖਿਆ, ਸਾਨੂੰ ਤਾਂ ਆਵਾਜ਼ ਆਈ, ਤਾਂ ਦੇਖਣ ਗਏ ਬਸ ਉਹੀ ਅਸੀਂ ਉਹ ਵੀ ਦੇਖਿਆ ਬਾਹਰ, ਤਾਂ ਵੀ ਬਾਹਰ ਤੱਕ ਵੀ ਨਹੀਂ ਗਏ, ਬਾਹਰ ਅਸੀਂ ਅੰਦਰੋਂ ਹੀ ਦੇਖਿਆ ਬਸ, ਧਿਆਨ ਗਿਆ ਜਿਹੜਾ ਗਿਆ, ਬਾਕੀ ਸਾਨੂੰ ਜ਼ਿਆਦਾ ਨਹੀਂ ਪਤਾ ਸੀ। ਤੇ ਇੱਥੇ ਮੈਂ ਤਾਂ ਤੇਲ ਪਾ ਰਿਹਾ ਸੀਗਾ, ਮੈਨੂੰ ਤਾਂ ਜਿਹੜੀ ਆਵਾਜ਼ ਸੁਣੀ ਮੈਂ ਤਾਂ ਅਚਾਨਕ ਉਹ ਧਿਆਨ ਗਿਆ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋ ਗਿਆ। ਗੱਡੀ ਕਿੰਨੀ ਕੁ ਸਪੀਡ 'ਤੇ ਹੋਊਗੀ? ਗੱਡੀ ਮੇਰੇ ਹਿਸਾਬ ਨਾਲ 100 ਤੋਂ ਉੱਪਰ ਹੀ ਸੀਗੀ, ਜਿਸ ਹਿਸਾਬ ਨਾਲ ਸਪੀਡ ਸੀਗੀ ਗੱਡੀ ਦੀ।
100 ਤੋਂ ਉੱਪਰ ਜ਼ਿਆਦਾ ਹੀ ਹੋਣੀ 100 ਤੋਂ, ਕਿਉਂਕਿ ਉਹ ਗੱਡੀ ਜਿਵੇਂ ਘੁੰਮੀ ਹੈ ਨਾ ਇੱਥੇ ਆਣ ਕੇ, ਉਸ ਹਿਸਾਬ ਨਾਲ ਇਵੇਂ ਹੀ ਲੱਗਦਾ ਸੀਗਾ ਵੀ 100 ਤੋਂ ਉੱਥੇ ਜਾ ਕੇ ਦੇਖਿਆ ਲੱਗੇ ਜਾ ਕੇ? ਨਹੀਂ, ਲਾਗੇ ਨਹੀਂ ਦੇਖਿਆ, ਬਸ ਪੰਪ ਦੇ ਅੰਦਰ ਹੀ ਦੇਖਿਆ, ਜਿਵੇਂ ਸਾਡਾ ਜਿੰਨਾ ਕੁ ਏਰੀਆ ਵਾ, ਕਿਉਂਕਿ ਅਸੀਂ ਆਪਣਾ ਡਿਸਪੈਂਸਰ ਛੱਡ ਕੇ ਜਾ ਨਹੀਂ ਨਾ ਸਕਦੇ। ਪੁਲਿਸ ਦੇ ਮੁਤਾਬਕ ਉਕਤ ਲੜਕੀ ਅਜੇ ਵੀ ਹਸਪਤਾਲ ਵਿੱਚ ਭਰਤੀ ਹੈ। ਉਸ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਬਰਿੰਦਪੁਰ ਜਿਹੜਾ ਪੈਟਰੋਲ ਪੰਪ ਦੇ ਨੇੜੇ ਐਕਸੀਡੈਂਟ ਹੋਇਆ ਜੀ। ਕਰੂਜ਼ ਗੱਡੀ ਨਾ ਖੜੇ ਟਰੱਕ ਦੇ ਵਿੱਚ ਵੱਜੀ ਸੀ ਜਾ ਕੇ। ਉਹਦੇ ਵਿੱਚ ਦੋ ਬੰਦੇ ਟਰੱਕ ਵਾਲੇ ਆ, ਇੱਕ ਤੇ ਰਮਨਜੀਤ ਆ, ਇੱਕ ਉਹਦਾ ਜਿਹੜਾ ਵਰਕਰ ਸੀ ਨਾਲ ਰਾਮ ਮਹੀ ਆ, ਬਿਹਾਰ ਦਾ ਰਹਿਣ ਵਾਲਾ। ਇਹ ਦੋਵਾਂ ਨੂੰ ਇੰਜਰੀਜ਼ ਹੋਈਆਂ ਜੀ। ਕੋਈ ਟਰੱਕ ਦਾ ਵੀ ਨੁਕਸਾਨ ਹੋਇਆ ਸੀ। ਕਰੂਜ਼ ਗੱਡੀ ਜਾ ਕੇ ਵੱਜੀ ਸੀ। ਇੱਕ ਮੁਸਕਾਨ ਨਾਂ ਦੀ ਲੜਕੀ ਹੈ, ਉਹ ਚਲਾ ਰਹੀ ਸੀ। ਸਰ ਉਹਨੇ ਡਰਿੰਕ ਵਗੈਰਾ ਕੀਤੀ ਹੋਈ? ਨਹੀਂ, ਇਸ ਬਾਰੇ ਕੋਈ ਕਲੀਅਰ ਨਹੀਂ ਹੈ ਜੀ, ਡਰਿੰਕ ਕੀਤੀ ਕਿ ਨਹੀਂ। ਇਹ ਤਾਂ ਹੁਣ ਉਹਦੀ ਮੈਡੀਕਲ ਰਿਪੋਰਟ ਜਿਹੜੀ ਆਏਗੀ, ਉਹ ਦਾਖਲ ਆ ਹਸਪੀਟਲ ਜਲੰਧਰ, ਅਤੇ ਜਿਹੜੇ ਦੂਸਰੇ ਇੰਜਰਡ ਹੋਏ ਉਹ ਵੀ ਜਲੰਧਰ ਹੀ ਦਾਖਲ ਨੇ। ਅਤੇ ਉਹਨਾਂ ਦੀ ਹੁਣ ਜਿਹੜੀ ਆ ਰਾਮ ਮਹੀਆ ਦੇ ਜਿਹੜੇ ਬਿਆਨਾਂ 'ਤੇ ਆਪਾਂ FIR ਦਰਜ ਕਰ ਰਹੇ ਹਾਂ ਇਹਦੇ ਵਿੱਚ, ਅਤੇ ਬਾਅਦ ਮੈਡੀਕਲ ਰਿਪੋਰਟ 'ਚ ਜਾਏਗਾ ਜੇ ਉਹਨੇ ਡਰਿੰਕ ਕੀਤੀ ਹੈ ਕਿ ਨਹੀਂ ਕੀਤੀ, ਉਸ ਮੁਤਾਬਕ ਰਫਤਾਰ। ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਜੋਸ਼ ਦੇ ਵਿੱਚ ਤੇਜ਼ ਰਫ਼ਤਾਰ 'ਚ ਗੱਡੀਆਂ ਚਲਾ ਕੇ ਸੜਕ ਹਾਦਸੇ ਦੇ ਮਾਮਲੇ ਵਧਾਏ ਜਾ ਰਹੇ ਨੇ। ਸਰਕਾਰ ਵੱਲੋਂ ਸੜਕਾਂ ਤੇ ਲਗਾਈਆਂ ਲਾਲ ਬੱਤੀਆਂ ਨੂੰ ਵੀ ਲੋਕਾਂ ਵੱਲੋਂ ਸਾਫ਼ ਤੌਰ ਤੇ ਨਜ਼ਰਅੰਦਾਜ਼ ਕਰ ਸੜਕ ਹਾਦਸਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ, ਜੋ ਕਿ ਇੱਕ ਗੰਭੀਰ ਮਸਲਾ ਹੈ। ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਨਕੋਦਰ ਦੇ ਨਾਲ ਲੱਗਦੇ ਪਿੰਡ ਆਦੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਸਗੇ ਭਰਾ ਨੇ ਆਪਣੇ ਹੀ ਸਗੇ ਭਰਾ ਦਾ ਕਤਲ ਕਰ ਦਿੱਤਾ। ਸਤਪਾਲ ਉਰਫ ਸੱਤੂ ਦੇ ਪੁੱਤਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਚਾਚਾ ਸੁਖਦੇਵ ਸਿੰਘ ਉਰਫ ਕੇਬਾ ਦੇ ਉਸਦੇ ਪਿਤਾ ਸਤਪਾਲ ਉਰਫ ਸੱਤੂ ਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ। ਉਹ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਸੂਚਨਾ ਉਸਨੇ ਥਾਣਾ ਉੱਗੀ ਦੇ ਇੰਚਾਰਜ ਲਵਲੀਨ ਕੁਮਾਰ ਨੂੰ ਦਿੱਤੀ, ਜਿਸ ਦੇ ਬਾਅਦ ਮੌਕੇ ਉੱਤੇ ਥਾਣਾ ਸਦਰ ਇੰਚਾਰਜ ਸਿਕੰਦਰ ਸਿੰਘ ਅਤੇ ਨਕੋਦਰ ਦੇ DSP ਨਵਨੀਤ ਸਿੰਘ ਮਾਹਲ ਪਹੁੰਚੇ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਸਤਪਾਲ ਉਰਫ ਸੱਤੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੱਲਬਾਤ ਸਰ ਇਦਾਂ ਸੀ ਕਿ ਜਦੋਂ ਮੈਂ ਆਪਦੇ ਘਰੇ ਆਇਆ ਸੀ ਤੇ ਸਰ ਮੇਰੇ ਪਿਤਾ ਦਾ ਮੇਰੇ ਚਾਚੇ ਨੇ ਕਤਲ ਕਰ ਦਿੱਤਾ ਗਿਆ, ਤੇ ਸਰ ਮੈਂ ਮੋਰਦਾਨਾ ਸਰਪੰਚ ਨੂੰ ਪੰਚਾਂ ਨੂੰ ਨਾਲ ਲੈ ਕੇ ਤੇ ਆਪਣੀ ਚੌਂਕੀ ਇੰਚਾਰਜ ਨੂੰ ਤਲਾਹ ਕੀਤੀ, ਤੇ ਨਾਲੇ ਭੱਜਦਾ ਹੋਇਆ ਮੇਰਾ ਚਾਚਾ ਇਹ ਗੱਲ ਕਹਿ ਕੇ ਗਿਆ ਵੀ ਜਾਣੀ ਕਿ ਮੈਂ ਜਿਹੜਾ ਕੰਮ ਕਰਨਾ ਸੀ ਉਹ ਤਾਂ ਮੈਂ ਕਰ ਦਿੱਤਾ। ਤੇ ਵੀਰ ਜੀ ਇਹ ਕਿਉਂ ਕੀ ਕਾਰਨ ਕੀ ਹੋ ਗਿਆ ਐਡਾ ਵੱਡਾ ਜਿਹੜਾ ਕਤਲ ਕਰਨ ਦਾ? ਕਾਰਨ ਇਹ ਸੀ ਸਰ, ਇਹ ਤਾਂ ਪਹਿਲਾਂ ਹੀ ਸਾਨੂੰ ਮਾਰਨ ਨੂੰ ਫਿਰਦਾ ਸੀ। ਇਹ ਤਾਂ ਸਿਰਫ ਐਸੇ ਹੀ ਸੀ, ਬਚਦੇ ਫਿਰਦੇ ਸੀ ਇਹਦੇ ਕੋਲੋਂ। ਇਹਦੇ ਪਹਿਲਾਂ ਹੀ ਦਿਲ ਦੇ ਵਿੱਚ ਧਾਰੀ ਹੋਈ ਸੀ ਵੀ ਜਾਣੀ ਕਿ ਵੀ ਮੈਂ ਇਹ ਸਾਰੇ ਟੱਬਰ ਨੂੰ ਮਾਰਨਾ ਹੀ ਮਾਰਨਾ ਹੈ। ਉਹਦਾ ਕਾਰਨ ਕੀ ਸੀ? ਕੋਈ ਜ਼ਮੀਨੀ ਵਿਵਾਦ ਸੀ ਜਾਂ ਕੋਈ ਗੱਲਬਾਤ ਸੀ? ਜ਼ਮੀਨੀ ਕੁਛ ਨਹੀਂ ਸੀ ਸਰ, ਜਿੱਦਾਂ ਮੈਂ ਵੀ ਜਾਣੀ ਕਿ ਲਾਗ ਡਾਟ ਵਾਂਗੂ ਲਾਗ ਡਾਟ ਲਾ ਲਓ, ਵੀ ਕੁਛ ਵੀ ਚੀਜ਼ ਦੀ ਲਾ ਲਓ, ਠੀਕ ਹੈ ਸਰ। ਤੇ ਉਹ ਜਾਣੀ ਕਿ ਮੇਰੇ ਪਿਤਾ ਨੂੰ ਪਹਿਲੇ ਦਿਨ ਤੋਂ ਹੀ ਮਾਰਨਾ ਚਾਹੁੰਦਾ ਸੀ। ਉਹ ਦਿਨ ਫਿਰ ਅੱਜ ਆ ਗਿਆ ਜਦੋਂ ਮੈਂ ਆਣ ਕੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੇ ਮੇਰੇ ਪੇਜ ਦਾ ਕਤਲ ਕਰ ਦਿੱਤਾ। ਤੇ ਫਿਰ ਪਿੰਡ ਦੇ ਮੋਹਰਦਾਨ ਬੰਦਿਆਂ ਨੂੰ ਮੈਂ ਨਾਲ ਲੈ ਕੇ ਫਿਰ ਤਲਾਹ ਕੀਤੀ ਪੁਲਿਸ ਵਾਲੇ। ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੰਗ ਇਹ ਕਰਦੇ ਆ ਵੀ ਜਾਣੀ ਕਿ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਅੱਜ ਨਾ ਮੈਂ ਚੌਂਕੀ ਉੱਗੀ ਲਵਲੀਨ ਕੁਮਾਰ ਸਬ ਇੰਸਪੈਕਟਰ ਇੰਚਾਰਜ ਲੱਗਾ ਹਾਂ। ਅੱਜ ਮੈਂ ਨਾਕੇ 'ਤੇ ਸੀ ਤੇ ਨਾਕੇ ਦੇ ਪਿੰਡ ਦਾ ਸਰਪੰਚ ਤੇ ਕੁਲਦੀਪ ਰਾਜ ਇਹ ਦੋਨੋਂ ਆਏ, ਜਿਨ੍ਹਾਂ ਨੇ ਆ ਕੇ ਦੱਸਿਆ। ਕੁਲਦੀਪ ਰਾਜ ਨੇ ਦੱਸਿਆ ਵੀ ਮੇਰਾ ਬਾਪ ਜਿਹੜਾ ਸੱਤੂ ਹੈਗਾ ਉਹਨੂੰ ਮੇਰੇ ਚਾਚੇ ਨੇ ਕਤਲ ਕਰ ਦਿੱਤਾ ਹੈਗਾ। ਤੇ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦਾ ਬਿਆਨ ਲਿਖ ਕੇ ਅਗਲੀ ਮੂਲ ਦੀ ਕਾਰਵਾਈ ਅਮਲ 'ਚ ਲਿਆਂਦੀ ਹੈ। ਜਿਹੜਾ ਉਹਦੇ ਖਿਲਾਫ 302 IPC ਦਾ ਪਰਚਾ ਦਾ ਥਾਣਾ ਸਦਰ ਨਕੋਦਰ ਵਿੱਚ ਕੀਤਾ ਗਿਆ ਹੈਗਾ। ਤੇ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੀ ਗੱਲਬਾਤ ਸੀ? ਇਹਦਾ ਜਿਹੜਾ ਚਾਚਾ ਸੀ ਇਹਨਾਂ ਦਾ ਜਿਹਨੇ ਕਤਲ ਕੀਤਾ ਹੈਗਾ ਉਹ ਨਸ਼ਈ ਕਿਸਮ ਦਾ ਆਦਮੀ ਹੈਗਾ, ਤੇ ਉਹ ਪਹਿਲਾਂ ਵੀ ਮਾੜਾ ਝਗੜਾ ਕਰਦਾ ਰਿਹਾ ਆਪਣੇ ਭਰਾ ਦੇ ਨਾਲ। ਤੇ ਇਹ 5-6 ਦਿਨ ਤੋਂ ਇੱਥੇ ਆਇਆ ਹੋਇਆ ਸੀ, ਇਕੱਠੇ ਰਹਿੰਦੇ ਸੀਗੇ। ਹੁਣ ਪਤਾ ਨਹੀਂ ਕਿਹੜੀ ਗੱਲ ਤੋਂ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋ ਗਈ, ਜਿਸ ਤੋਂ ਇੰਨਾ ਜ਼ਿਆਦਾ ਖੂਨ ਖਰਾਬਾ ਹੋ ਗਿਆ, ਜਿਹੜਾ ਕਤਲ ਤੱਕ ਦੀ ਨੌਬਤ ਆ ਗਈ ਹੈ।
ਇਹ ਹੁਣ ਅੱਗੇ ਤਫਤੀਸ਼ ਵਿੱਚ ਅੱਗੇ ਸਾਹਮਣੇ ਆਏਗਾ ਕਿ ਕੀ ਗੱਲ ਹੈਗੀ। ਬੀਤੀ ਕੱਲ੍ਹ ਥਾਣਾ ਕੱਚਾ ਅਧੀਨ ਆਉਂਦੇ ਪਿੰਡ ਦਿਆਲਪੁਰ ਦੇ ਨੇੜੇ ਬਾਅਦ ਦੁਪਹਿਰ ਕੁਝ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੁਰੂ ਰਾਮਦਾਸ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ। ਕਾਰ ਸਵਾਰ ਲੁਟੇਰੇ 21,000 ਰੁਪਏ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ, ਜਿਸ ਨੂੰ ਪੁਲਿਸ ਵੱਲੋਂ ਖੰਗਾਲਿਆ ਜਾ ਰਿਹਾ ਹੈ। ਕੀ ਹੈ ਪੂਰਾ ਮਾਮਲਾ, ਵੇਖਦੇ ਹਾਂ ਇਸ ਰਿਪੋਰਟ ਦੇ ਵਿੱਚ। ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਦਿਨ ਦਿਹਾੜੇ ਇਹਨਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲਾ ਪਿੰਡ ਦਿਆਲਪੁਰਾ ਦੇ ਗੁਰੂ ਰਾਮਦਾਸ ਪੈਟਰੋਲ ਪੰਪ ਦਾ ਹੈ। ਇੱਥੇ ਕੁਝ ਅਣਪਛਾਤੇ ਕਾਰ ਸਵਾਰ ਲੁਟੇਰਿਆਂ ਨੇ ਪੰਪ ਤੋਂ 21,000 ਦੇ ਕਰੀਬ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਪੂਰੀ ਵਾਰਦਾਤ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਪ ਤੇ ਕੰਮ ਕਰਨ ਵਾਲੇ ਨਿਸ਼ਾਨ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਲੁਟੇਰੇ ਸਫੇਦ ਰੰਗ ਦੀ ਸਵਿਫਟ ਤੇ ਸਵਾਰ ਹੋ ਕੇ ਆਏ ਸਨ। ਮੈਂ ਇਸ ਪੰਪ ਤੇ ਜੌਬ ਕਰਦਾ ਐਚਪੀ ਦੇ ਜੀ, ਤੇ ਅਸੀਂ ਕੱਲ ਕੈਸ਼ ਜਮ੍ਹਾਂ ਕਰਾਉਣ ਗਏ ਅੰਦਰ, ਤੇ ਦਿਆਲਪੁਰ ਵੱਲੋਂ ਗੱਡੀ ਆਈ ਹੈ ਜੀ, ਵਾਈਟ ਗੱਡੀ ਸ਼ਿਫਟ ਰੰਗ ਦੀ VDI, ਤੇ ਉਹਨਾਂ ਸਾਡੇ ਸਿੱਧੀ ਆਫਿਸ ਗਈ ਡੱਕਤੀ ਜੀ। ਤੇ ਇਹ ਵੀਰ ਬਾਹਰ ਉਹਨਾਂ ਨੂੰ ਪੁੱਛਣਾ ਵੀ ਹਾਂਜੀ ਦੱਸੋ, ਉਹਨਾਂ ਵੈਪਨ ਕੱਢਿਆ ਤੇ ਇਹਦੇ ਵੱਖੀ ਤੇ ਲਾਦਾ ਜੀ, ਇਹਦੇ ਵੱਖੀ ਤੇ ਲਾਇਆ ਤੇ ਤੋਂ 6,000 ਰੁਪਏ ਲੈ ਕੇ ਪਾਸੇ ਹੋ ਗਿਆ ਜੀ। ਮੁੜ ਕੇ ਉਹਨਾਂ ਅੰਦਰ ਵੜ ਕੇ ਤੇ ਮੇਰੇ ਲਾਦਾ ਜੀ ਵੱਖੀ ਦੇ। ਮੈਨੂੰ ਉਹਦੇ ਵੀ ਜੋ ਕੁਝ ਵੀ ਹੈਗਾ ਕੱਢ ਦੇ ਜੀ। ਮੇਰੇ ਕੋਲ 15,000 ਰੁਪਏ ਜੀ ਮੈਂ ਕੱਢ ਕੇ ਮੇਜ਼ ਤੇ ਰੱਖਦਾ ਜੀ। ਤੇ ਮੁੜ ਕੇ ਸਾਡੇ ਮੈਨੇਜਰ ਸਾਹਿਬ ਨੂੰ ਉਹ ਆਖਣ ਲੱਗ ਪਏ ਵੀ ਤੇਰੇ ਕੋਲ ਕੀ ਆ ਜੀ। ਉਹਨੂੰ ਦਬਕਾਉਂਦੇ ਰਹੇ, ਹੁਣ ਚਿਰ ਨੂੰ ਗੁਰਪ੍ਰੀਤ ਭੱਜ ਗਿਆ ਜੀ, ਵੀ ਪਿੱਛੇ ਚਲੇ ਗਿਆ ਜੀ। ਉਹ ਬੰਦੇ ਨੂੰ ਸੱਦਣ ਤੇ ਹੁਣ ਚਿਰ ਨੂੰ ਜੀ ਉਹਨਾਂ ਗੱਡੀ ਮੋੜੀ ਤੇ ਉਹ ਦਿਆਲਪੁਰ ਨੂੰ ਲੈ ਕੇ ਚਲੇ ਗਿਆ ਜੀ। ਤੇ ਕਿੰਨੇ ਹਜ਼ਾਰ ਦੀ ਲੁੱਟ ਹੋ ਗਈ? ਇਹ ਜੀ ਕੋਈ ਹੈਗਾ ਜੀ 21,000 ਰੁਪਏ ਦੀ ਲੁੱਟ ਹੋ ਗਈ ਆ ਜੀ। ਤੇ ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਜੀ ਵੀ ਅਸੀਂ ਇੱਥੇ ਮਾਤਰ ਬੰਦੇ ਜੀ, ਅਸੀਂ ਜੌਬ ਕਰਦੇ ਹਾਂ ਜੀ ਇੱਥੇ, ਸਾਨੂੰ ਜਿਹੜਾ ਇਹ ਬੰਦੇ ਤੰਗ ਕਰਦੇ ਆ ਜੀ, ਤੇ ਅਸੀਂ ਇਹ ਕਰਕੇ ਜੀ ਇੱਥੋਂ ਜੌਬ ਕਰਨੋਂ ਹਟ ਜਾਂਗੇ ਜੀ। ਇਹ ਤੋਂ ਬਾਅਦ ਅਸੀਂ ਕੀ ਕਰ ਸਕਦੇ ਹਾਂ ਦੱਸੋ ਸਾਨੂੰ? ਕੀ ਮੰਗ ਕਰਦੇ ਤੇ? ਅਸੀਂ ਮੰਗ ਕਰਦੇ ਹਾਂ ਜੀ ਵੀ ਇਹੋ ਜਿਹੇ ਬੰਦੇ ਨੂੰ ਨੱਥ ਪਾਈ ਜਾਵੇ, ਤੇ ਜਿਹੜਾ ਕੋਈ ਹੋਰ ਵੀ ਗਰੀਬ ਪਰਿਵਾਰ ਕੋਈ ਕੰਮ ਤੇ ਲੱਗ ਸਕੇ ਜੀ। ਇਹਨਾਂ ਕਰਕੇ ਤੇ ਵੇਖੋ ਕੰਮ ਦੇ ਲੋਕੀ ਲੱਗਣ ਦੇ, ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਕੋਲ ਸਾਡਾ ਇਨਸਾਫ ਦਿਵਾਇਆ ਜਾਵੇ ਜੀ। ਇਧਰ ਦੂਜੇ ਪਾਸੇ ਪੰਪ ਮਾਲਿਕ ਮੰਗਤ ਰਾਮ ਸੋਢੀ ਨੇ ਦੱਸਿਆ ਕਿ ਦੋ ਲੁਟੇਰੇ ਦਿਆਲਪੁਰ ਵਾਲੇ ਪਾਸਿਓਂ ਆਏ ਸਨ ਅਤੇ ਉਹਨਾਂ ਨੇ ਪਿਸਤੌਲ ਦੀ ਨੋਕ ਤੇ ਪੰਪ ਨੂੰ ਲੁੱਟਿਆ ਹੈ। ਪੰਪ ਮਾਲਿਕ ਨੇ ਦੱਸਿਆ ਕਿ ਲੁਟੇਰਿਆਂ ਨੂੰ ਪ੍ਰਸ਼ਾਸਨ ਦਾ ਕੋਈ ਖੌਫ ਨਹੀਂ ਸੀ। ਅੱਜ ਦੁਪਹਿਰੇ 12:40 ਤੇ ਦੋ ਅਣਪਛਾਤੇ ਨੌਜਵਾਨ ਕਾਰ 'ਚ ਆਏ ਦਿਆਲਪੁਰ ਵਾਲੀ ਸਾਈਡ ਤੋਂ। ਮੇਰਾ ਪੰਪ ਬੂੜਚੰਦ ਹੈ, ਦਿਆਲਪੁਰ ਦੇ ਲਾਗੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਹੈ। ਇੱਕਦਮ ਦੋ ਨੌਜਵਾਨ ਇੱਥੇ ਮੇਰੇ ਆਫਿਸ ਦੇ ਅੱਗੇ ਉਹਨਾਂ ਲਿਆ ਕੇ ਕਾਰ ਖਿਲਾਰਤੀ। ਮੇਰੇ ਜਿਹੜੇ ਮੁਲਾਜ਼ਮ ਸੀ, ਇੱਕ ਮੇਰਾ ਮੁਲਾਜ਼ਮ ਹੈ ਜਿਹੜਾ ਹਿਸਾਬ ਕਿਤਾਬ ਕਰਦਾ ਹੈ, ਉਹ ਹਿਸਾਬ ਕਿਤਾਬ ਕਰਨ ਦਿਆ ਸੀ, ਤੇ ਦੋ ਜਿਹੜੇ ਮੁਲਾਜ਼ਮ ਤੇਲ ਪਾਉਣ ਵਾਲੇ ਆ ਉਹ ਇੱਥੇ ਆਣ ਕੇ ਉਹਦੇ ਨਾਲ ਕੋਈ ਹਿਸਾਬ ਕਿਤਾਬ ਦੱਸਣ ਦਿਆ ਸੀ। ਯਕਦਮ ਉਹਨਾਂ ਆਣ ਕੇ ਇਹਨਾਂ ਨੂੰ ਦਫ਼ਤਰ ਦੇ ਅੱਗੇ ਗੱਡੀ ਖਿਲਾਰ ਕੇ, ਤੇ ਜਿਵੇਂ ਕੋਈ ਅੱਗੇ ਆਣ ਕੇ ਰੋਕ ਦਿੰਦਾ, ਦਫ਼ਤਰ ਦੇ ਅੱਗੇ ਗੇਟ ਦੇ ਅੱਗੇ ਆਣ ਕੇ ਖਿਲਾਰ ਕੇ ਤੇ ਗਨ ਉਸ ਵੇਲੇ ਕੱਢ ਲਈ ਆ। ਮੇਰਾ ਜਿਹੜਾ ਇੱਕ ਮੁਲਾਜ਼ਮ ਉਹਨੂੰ ਪੁੱਛਣ ਗਿਆ ਬਾਹਰ, ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿ ਇਹ ਕਿਸ ਤਰੀਕੇ ਨਾਲ ਆਇਆ। ਜਦੋਂ ਬਾਹਰ ਗੇਟ ਤੱਕ ਗਿਆ, ਹਾਂਜੀ ਵੀਰ ਜੀ ਕਿੱਧਰ ਤੇਲ ਪਾਉਣਾ ਤੇ ਉੱਧਰ ਕਰੋ, ਇੰਨੀ ਗੱਲ ਕਰਦੇ ਉਹਦੇ ਢਿੱਡ ਤੇ ਪਿਸਤੌਲ ਲਾਤਾ। ਪਿਸਟਲ ਸੀ ਉਹਨਾਂ ਕੋਲ, ਗਾ ਕਰਕੇ ਉਹਨੇ ਪਿਸਟਲ ਲਾਤਾ ਉਹਦੇ ਪੇਟ ਤੇ, ਕਿ ਜੋ ਕੁਝ ਹੈਗਾ ਕੱਢ ਦੇ, ਨਹੀਂ ਤਾਂ ਤੂੰ ਅੱਜ ਗਿਆ। ਇਹਨੇ ਕੱਢ ਕੇ ਇਹਦੀ ਜੇਬ 'ਚ 6,000 ਰੁਪਇਆ ਸੀ, ਇਹਨੇ 6,000 ਰੁਪਇਆ ਉਹਨੂੰ ਫੜਾ ਦਿੱਤਾ। ਇਹਨੇ ਜਦੋਂ ਫੜਾਇਆ, ਇਹਨੇ ਨਾਲ ਹੀ ਦਫ਼ਤਰ ਦੇ ਨਾਲ ਕੰਧ ਤੋਂ ਇਹ ਪਿੱਛੇ ਨੂੰ ਤੁਰ ਗਿਆ। ਪਿੱਛੇ ਨੂੰ ਤੁਰ ਕੇ ਉਹ ਅੰਦਰ ਦੂਜਿਆਂ ਵੱਲ ਹੋ ਗਿਆ ਵੀ ਇਹਨੇ ਤੋਂ ਮੈਂ 6,000 ਲੈ ਲਿਆ। ਦੂਜੇ ਨੂੰ ਉਹਦਾ ਟੇਬਲ ਤੇ ਪੈਸੇ ਰੱਖ ਦਿਓ। ਉਹਨੇ ਉੱਥੇ 15,000 ਰੁਪਇਆ ਕੱਢ ਕੇ ਜੇਬ 'ਚ ਟੇਬਲ ਤੇ ਰੱਖਤਾ ਹੈ। ਇਹਦੀ ਬਕਾਇਦਾ ਵੀਡੀਓ ਵੀ ਹੈਗੀ ਹੈ, ਕੈਮਰੇ ਲੱਗੇ ਹੋਏ ਆ ਪੈਟਰੋਲ ਪੰਪ ਤੇ, ਵੀਡੀਓ ਬਣੀ ਹੋਈ। 15,000 ਲੈਣ ਤੋਂ ਬਾਅਦ ਫਿਰ ਜਿਹੜਾ ਬੰਦਾ ਕਿਤਾਬਾਂ ਬਣਾਉਂਦਾ ਸੀ ਉਹਦੇ ਦੁਆਲੇ ਹੋ ਗਿਆ, ਤੂੰ ਦੱਸ ਨੇ ਤੈਨੂੰ ਗੋਲੀ ਮਾਰ ਦੇਣੀ ਆ। ਉਹਨੇ ਆਖਿਆ ਮੈਂ ਤਾਂ ਕਿਤਾਬਾਂ ਬਣਾਉਣ ਵਾਲਾ ਪਰਸਨ ਆ, ਮੈਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ, ਮੈਂ ਸਿਰਫ ਹਿਸਾਬੀ ਕਿਤਾਬੀ ਕਰਦਾ। ਇਹਨਾਂ ਕਹਿੰਦਾ ਹੋਇਆ ਉਹ ਜਿਹੜਾ ਪਿੱਛੇ ਮੁੰਡਾ ਕਾਰ ਤੇ ਪਿਸਤੌਲ ਲੈ ਕੇ ਖਲੋਤਾ ਸੀ ਕਾਰ ਦੇ ਵਿੱਚ, ਉਹ ਆਂਦਾ ਉਹ ਤੀਜਾ ਬੰਦਾ ਪਿੱਛੇ ਭੱਜ ਗਿਆ, ਉਹਨੇ ਬੰਦੇ ਸੱਦ ਲਿਆਉਣੇ, ਆਪਾਂ ਨਿਕਲੀਏ। ਬਸ ਇਸੇ ਗੱਲ ਤੋਂ ਚਲੇ ਗਿਆ, ਨਹੀਂ ਤਾਂ ਉਹਨਾਂ ਹੋ ਸਕਦਾ ਕਿਸੇ ਨੂੰ ਗੋਲੀ ਮਾਰ ਜਾਂਦੇ ਜਾਂ ਬੰਦੇ ਨੂੰ ਮਾਰ ਜਾਂਦੇ। ਕਿੰਨੇ ਹਜ਼ਾਰ ਦੀ ਲੁੱਟ ਹੋਈ ਹੈ ਜੀ? 21,000 ਰੁਪਇਆ ਟੋਟਲ ਲੈ ਗਿਆ ਜੀ ਪੈਟਰੋਲ ਪੰਪ ਤੋਂ। ਪਿਸਤੌਲ ਦੀ ਨੋਕ ਤੇ? ਪਿਸਤੌਲ ਦੋਨਾਂ ਕੋਲ ਸੀ। ਇੱਕ ਨੇ ਅੰਦਰ ਆਣ ਕੇ ਪਿਸਤੌਲ ਨਾਲ, ਇੱਕ ਉੱਥੇ ਕਾਰ ਦੇ ਵਿੱਚ ਪਿਸਤੌਲ ਲੈ ਕੇ ਖੜਾ ਰਿਹਾ, ਦੂਜੇ ਨੇ ਇੱਥੇ ਮੇਰੇ ਮੁਲਾਜ਼ਮਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਤੇ ਲੁੱਟ ਖੋਹ ਕਰ। ਕੀ ਉਹਨਾਂ ਨੇ ਮਾਸਕ ਵਗੈਰਾ ਮੂੰਹ ਤੇ ਬੰਨੇ ਇਹੀ ਜਾਂ ਖੱਟੇ ਰੰਗ ਦਾ ਜਿਹੜਾ ਅੰਦਰ ਬੰਦਾ ਹੋਇਆ, ਉਹਨੇ ਖੱਟੇ ਰੰਗ ਦਾ ਪਰਨਾ ਲਪੇਟਿਆ ਸੀ, ਜਿਹੜਾ ਬਾਹਰ ਸੀ ਉਹਨੇ ਵੀ ਪਰਨਾ ਲਪੇਟਿਆ ਹੋਇਆ ਸੀ। ਤੁਸੀਂ ਕੀ ਮੰਗ ਕਰਦੇ? ਅਸੀਂ ਇਨਸਾਫ ਹੀ ਮੰਗਦੇ ਆ। ਮੈਂ 5 ਮਿੰਟ ਤੋਂ ਪਹਿਲਾਂ ਥਾਣਾ ਕੱਚਾ ਪੱਕਾ ਨੂੰ ਇਤਲਾਹ ਦੇ ਦਿੱਤੀ। ਇਧਰ ਦੂਜੇ ਪਾਸੇ ASI ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। CCTV ਫੁਟੇਜ ਖੰਗਾਲੀ ਜਾ ਰਹੀ ਹੈ। ਸਾਨੂੰ ਗੁਰਪ੍ਰੀਤ ਸਿੰਘ ਜਿਹੜਾ ਮੈਨੇਜਰ ਆ ਪੈਟਰੋਲ ਪੰਪ ਦਾ, ਉਹਨੇ ਸਾਨੂੰ ਬਿਆਨ ਦਿੱਤਾ ਜੀ ਕੱਲ
ਉੱਤੇ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਜੀ 379(B) ਦਾ, ਤੇ ਹੁਣ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਤੇ ਸਰ ਕੀ ਪਰਚਾ ਦਾ ਦਰਜ ਕੀਤਾ ਗਿਆ? 379(B) ਤੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ। ਤੇ ਸਰ ਕੀ ਕਾਰਵਾਈ ਹੋਈ ਰਹੀ ਅੱਗੇ? ਕਾਰਵਾਈ ਅਸੀਂ ਕੈਮਰਿਆਂ ਦੀ ਘੋਖ ਕਰ ਰਹੇ ਹਾਂ ਜੀ, ਤੇ ਸ਼ੱਕੀ ਬੰਦਿਆਂ ਦੀ ਪੁੱਛ ਪੜਤਾਲ ਕਰ ਰਹੇ ਹਾਂ ਜੀ। ਇਹਨੂੰ ਜਲਦੀ ਅਸੀਂ ਟਰੇਸ ਕਰਕੇ ਅਦਾਲਤ ਵਿੱਚ ਦੇਵਾਂਗੇ। ਸੂਬੇ ਵਿੱਚ ਵਾਪਰ ਰਹੀਆਂ ਇਹਨਾਂ ਵਾਰਦਾਤਾਂ ਨੂੰ ਦੇਖ ਇੰਜ ਲੱਗਦਾ ਹੈ ਜਿਵੇਂ ਇਹਨਾਂ ਲੁਟੇਰਿਆਂ ਨੂੰ ਪ੍ਰਸ਼ਾਸਨ ਦਾ ਖੌਫ ਹੀ ਨਾ ਹੋਵੇ, ਜਿਸ ਨਾਲ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਕਈ ਸਵਾਲ ਚੁੱਕੇ ਜਾ ਰਹੇ ਨੇ। ਤਰਨਤਾਰਨ ਤੋਂ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ। ਕੋਰੋਨਾ ਮਹਾਮਾਰੀ ਦੌਰਾਨ ਹੁਣ ਲਾਕਡਾਊਨ ਤੋਂ ਅਨਲੌਕ ਸ਼ੁਰੂ ਹੋ ਗਿਆ ਹੈ। ਆਉਂਦੀ 8 ਤਰੀਕ ਤੋਂ ਸੂਬੇ ਵਿੱਚ ਧਾਰਮਿਕ ਸਥਾਨ, ਹੋਟਲ ਅਤੇ ਰੈਸਟੋਰੈਂਟ ਵੀ ਖੁੱਲ੍ਹਣ ਜਾ ਰਹੇ ਨੇ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ। ਨਵੀਆਂ ਹਦਾਇਤਾਂ ਮੁਤਾਬਕ ਸੂਬੇ ਅੰਦਰ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਦਰਸ਼ਨਾਂ ਸਮੇਂ ਇੱਕ ਜਗ੍ਹਾ 20 ਤੋਂ ਵਧੇਰੇ ਸ਼ਰਧਾਲੂ ਜਮ੍ਹਾਂ ਨਹੀਂ ਹੋਣਗੇ। ਇਸੇ ਤਰ੍ਹਾਂ ਹੀ ਹੋਟਲ, ਰੈਸਟੋਰੈਂਟ ਅਤੇ ਮਾਲ ਲਈ ਵੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਜੇਕਰ ਗੱਲ ਮਾਲ ਦੀ ਕਰੀਏ ਤਾਂ ਮਾਲ ਦੇ ਲਈ ਸਭ ਤੋਂ ਵਧੇਰੀ ਜ਼ਰੂਰੀ ਕੋਵਾ ਐਪ ਹੋਵੇਗੀ। ਜੇਕਰ ਤੁਹਾਡੇ ਫੋਨ ਵਿੱਚ ਕੋਵਾ ਐਪ ਨਹੀਂ ਹੈ ਤਾਂ ਇਸ ਤੋਂ ਬਿਨਾਂ ਤੁਹਾਡੀ ਐਂਟਰੀ ਨਹੀਂ ਹੋਵੇਗੀ ਅਤੇ ਦੁਕਾਨਾਂ ਅੰਦਰ 6 ਗਜ਼ ਦੀ ਦੂਰੀ ਬਣਾਈ ਰੱਖਣੀ ਹੋਵੇਗੀ। ਇਸੇ ਤਰ੍ਹਾਂ ਹੀ ਲਿਫਟ ਦੀ ਵਰਤੋਂ ਸਿਰਫ ਅਪਾਹਿਜ ਹੀ ਕਰ ਸਕਣਗੇ। ਹੋਟਲਸ ਅਤੇ ਰੈਸਟੋਰੈਂਟ ਅਜੇ ਡਾਈਨਿੰਗ ਨਹੀਂ ਖੋਲਣਗੇ। ਅੰਮ੍ਰਿਤਸਰ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਕੁਝ ਲੋਕਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚੀ ਜਾ ਰਹੀ ਹੈ। ਇਸ ਤੇ ਇਲਾਕਾ ਵਾਸੀਆਂ ਨੇ ਹੀ ਆਪਣੇ ਘਰ ਦੇ ਬਾਹਰ ਕੈਮਰੇ ਲਗਵਾ ਕੇ ਪੁਲਿਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਅੰਮ੍ਰਿਤਸਰ ਵਿੱਚ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਅੰਮ੍ਰਿਤਸਰ ਦੇ ਪਿਸ਼ੋਰੀ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ 2 ਨੰਬਰ ਦਾ ਸ਼ਰਾਬ ਦਾ ਕਾਰੋਬਾਰ ਹੁੰਦਾ ਹੈ। ਇਸ ਲਈ ਅਸੀਂ ਲੋਕਾਂ ਨੇ ਆਪਣੇ ਇਲਾਕੇ ਵਿੱਚ CCTV ਕੈਮਰੇ ਲਗਵਾਏ ਨੇ। ਉਧਰ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਦੀ ਵੀ ਗੱਲ ਆਖੀ ਹੈ। ਉੱਥੇ ਹੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਉੱਥੇ ਪਹੁੰਚੇ ਅਤੇ ਰੀਬਨ ਕੱਟ ਕੇ CCTV ਕੈਮਰੇ ਲੱਗਣ ਦੀ ਓਪਨਿੰਗ ਕੀਤੀ। ਆਪਣਾ ਨਾਮ ਦੱਸੋ। ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ। ਮੈਂ ਪਿਸ਼ੋਰੀ ਨਗਰ ਦਾ ਰਹਿਣ ਵਾਲਾ ਹਾਂ ਤੇ ਕੁਝ ਦੇਰ ਤੋਂ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਕਿ ਸ਼ਰਾਬ ਬਹੁਤ ਜ਼ਿਆਦਾ ਵਿਕਦੀ ਸੀਗੀ ਇੱਥੇ ਮਹੱਲੇ ਦੇ ਵਿੱਚ, ਜੋ ਕਿ ਮਹੱਲੇ ਦੇ ਸਹਿਯੋਗ ਦੇ ਨਾਲ ਆਪਾਂ 16-17 ਕੈਮਰੇ ਲਗਵਾਏ ਨੇ। ਜੋ ਵੀ ਕੰਪਲੇਨ ਹੁਣ ਆਏਗੀ ਆਪਾਂ ਪੁਲਿਸ ਨੂੰ ਸਾਰਾ ਉਹਦਾ ਰਿਕਾਰਡ ਦੇਵਾਂਗੇ, ਰਿਕਾਰਡਿੰਗ ਦਾ, ਤੇ ਨਾ ਹੀ ਆਪਾਂ ਇੱਥੇ ਨਸ਼ਾ ਵਿਕਣ ਦੇਵਾਂਗੇ, ਨਾ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਕੋਈ ਕੰਮ ਨਹੀਂ ਹੋਣ ਦੇਵਾਂਗੇ ਇਸ ਮਹੱਲੇ 'ਚ। ਇੱਥੇ ਐਕਸਾਈਜ਼ ਦੀਆਂ ਗੱਡੀਆਂ ਖਲੋਦੀਆਂ ਸੀ ਜੋ ਕਿ ਸਾਡੇ ਮਹੱਲੇ ਵਾਸਤੇ ਸਿਰ ਦਰਦ ਬਣ ਗਈਆਂ ਸੀਗੀਆਂ, ਤੇ ਆਪਾਂ ਮਹੱਲੇ ਦੇ ਸਹਿਯੋਗ ਦੇ ਨਾਲ ਇਹ ਸਾਰਾ ਉਪਰਾਲਾ ਕੀਤਾ ਆ, ਤੇ ਨਾ ਆਪਾਂ ਹੁਣ ਨਸ਼ਾ ਵਿਕਣ ਦੇਵਾਂਗੇ ਤੇ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋਣ ਦੇਵਾਂਗੇ। ਧੰਨਵਾਦ ਜੀ। ਇਸ ਮੌਕੇ ਤੇ ACP ਦੇਵਦੱਤ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਸ਼ੋਰੀ ਕੈਂਪ ਜੋ CCTV ਕੈਮਰੇ ਇਲਾਕਾ ਨਿਵਾਸੀਆਂ ਦੇ ਮਦਦ ਨਾਲ ਲੱਗੇ ਨੇ, ਇਹ ਅੰਮ੍ਰਿਤਸਰ ਵਿੱਚ ਸਭ ਤੋਂ ਪਹਿਲਾਂ ਪਿਸ਼ੋਰੀ ਕੈਂਪ ਵਿੱਚ ਲੱਗੇ ਨੇ ਅਤੇ ਇਲਾਕਾ ਨਿਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਲਾਕੇ ਵਿੱਚ ਕੋਈ ਨਸ਼ੇ ਦਾ ਕੰਮਕਾਜ ਨਹੀਂ ਹੋਣ ਦੇਵਾਂਗੇ ਅਤੇ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਦੇਵਾਂਗੇ। ਪਿਸ਼ੌਰੀ ਨਗਰ ਮੁਹੱਲੇ 'ਚ 16 CCTV ਕੈਮਰੇ ਇਸ ਮੁਹੱਲੇ ਵੱਲੋਂ ਲਗਾਏ ਗਏ ਆ ਸੁਰੱਖਿਆ ਲਈ, ਔਰ ਸਭ ਤੋਂ ਜ਼ਰੂਰੀ ਚੀਜ਼ ਇਹ ਆ ਕਿ ਇਹ ਇੰਨਾ ਹੀ ਪਹਿਲਾ ਅੰਮ੍ਰਿਤਸਰ ਦਾ ਇੱਕ ਐਸਾ ਮੁਹੱਲਾ ਜਿਹਨੇ ਆਪਣੇ ਸਹਿਯੋਗ ਦੇ ਨਾਲ ਤੇ ਸਾਨੂੰ ਖੁਦ ਇਹ ਕੈਮਰੇ CCTV ਲਗਵਾ ਕੇ ਦਿੱਤੇ ਆ। ਇਹ ਜੇ ਗਲੀ ਦੇ ਵਿੱਚ ਐਂਡ ਤੱਕ ਜਾਂਦਿਆਂ 16-17 ਕੈਮਰੇ ਲੱਗੇ ਆ, ਔਰ ਇਹ ਕਹਿੰਦੇ ਆ ਕਿ ਅਸੀਂ ਹਰ ਤਰ੍ਹਾਂ ਨਾਲ ਪੁਲਿਸ ਦੀ ਸਿਕਿਉਰਿਟੀ ਦੇ ਬਾਰੇ ਇਹਨਾਂ ਦਾ ਸਹਿਯੋਗ ਕਰਾਂਗੇ। ਬਾਕੀ ਜਿਹੜੀ ਇੱਥੇ ਸੀਗੀ ਕੋਈ ਐਕਸਾਈਜ਼ ਦੀ ਪ੍ਰੋਬਲਮ ਸੀਗੀ ਕਿ ਕੋਈ ਇਲੀਗਲ ਸ਼ਰਾਬ ਵੇਚਦੇ ਸੀ ਲੋਕ, ਜਿਨ੍ਹਾਂ ਨੂੰ ਅਸੀਂ ਫੜ ਕੇ ਉਹਨਾਂ 'ਤੇ ਪਰਚੇ ਵੀ ਦਿੱਤੇ, ਉਹਨਾਂ ਨੂੰ ਬੁੱਕ ਕੀਤਾ ਹੈਗਾ, ਕਾਨੂੰਨ ਦੇ ਮੁਤਾਬਕ ਉਹਨਾਂ 'ਤੇ ਕਾਰਵਾਈ ਕੀਤੀ ਹੈ। ਪਰ ਅੱਜ ਮਹੱਲੇ ਵਾਲਿਆਂ ਨੇ ਇਹ ਆਸ਼ਵਾਸਨ ਦਿੱਤਾ ਕਿ ਅਸੀਂ ਬਿਲਕੁਲ ਕਿਸੇ ਵੀ ਕਿਸਮ ਦੀ ਜਿਹੜੀ ਆ ਉਹ ਇੱਥੇ ਨਸ਼ਾ ਨਹੀਂ ਵਿਕਣ ਦਿਆਂਗੇ, ਨਾ ਹੀ ਕੋਈ ਨਸ਼ੇ ਦੀ ਤੁਹਾਨੂੰ ਸ਼ਿਕਾਇਤ ਆਵੇਗੀ। ਸਰ ਕਿੰਨੇ ਕੈਮਰੇ ਲੱਗੇ? 16 ਕੈਮਰੇ ਲੱਗੇ ਆ ਔਰ ਇਹਨਾਂ ਨੇ ਬਹੁਤ ਅੱਛਾ ਸਹਿਯੋਗ ਦਿੱਤਾ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡਾ ਸਹਿਯੋਗ ਕਰਕੇ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਰ ਤਰ੍ਹਾਂ ਨਾਲ ਪੁਲਿਸ ਦੇ ਨਾਲ ਖੜਾਂਗੇ ਔਰ ਤੁਹਾਨੂੰ ਸੱਚੀ ਤੇ ਸਹੀ ਇਨਫੋਰਮੇਸ਼ਨ ਦੇਵਾਂਗੇ ਤੇ ਆਪਣੇ ਮੁਹੱਲੇ 'ਚ ਕਿਸੇ ਪ੍ਰਕਾਰ ਦਾ ਕੋਈ ਸ਼ਰਾਬ ਵਗੈਰਾ ਨਹੀਂ। ਕੋਰੋਨਾ ਦੀ ਮਹਾਮਾਰੀ ਦੇ ਦੌਰਾਨ ਵੀ ਲੋਕ ਗੈਰ ਕਾਨੂੰਨੀ ਕੰਮ ਕਰਨ ਤੋਂ ਬਾਜ਼ ਨਹੀਂ ਆ ਰਹੇ। ਹੁਣ ਇਹ ਇਲਾਕੇ 'ਚ ਕੈਮਰੇ ਲੱਗਣ ਤੋਂ ਬਾਅਦ ਦੇਖਦੇ ਹਾਂ ਪੁਲਿਸ ਕਦੋਂ ਤੱਕ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਤੇ ਨੱਥ ਪਾ ਸਕਦੀ ਹੈ। ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ। ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਤਰਨਤਾਰਨ ਦੇ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰਨਤਾਰਨ ਵਿਖੇ
ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਰੱਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ ਅਤੇ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਦੇ ਮੈਨੇਜਰ ਕੁਲਦੀਪ ਸਿੰਘ ਅਤੇ ਹੈੱਡ ਗ੍ਰੰਥੀ ਸਿੰਘ ਸਾਹਿਬ ਗੁਰਜੰਟ ਸਿੰਘ ਨੇ ਦੱਸਿਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੌਰਾਨ ਸ਼ਹੀਦ ਹੋਏ ਲੋਕਾਂ ਦੀ 36ਵੀਂ ਸਾਲਾਨਾ ਸ਼ਹੀਦੀ ਸਮਾਗਮ ਮੌਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਮੈਨੇਜਰ ਕੁਲਦੀਪ ਸਿੰਘ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਗਈ ਕਿ ਉਹ ਕਰੋਨਾ ਮਹਾਮਾਰੀ ਨੂੰ ਦੇਖਦਿਆਂ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਣ ਅਤੇ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਉਹਨਾਂ ਨੂੰ ਸਹਿਯੋਗ ਦੇਣ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਔਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਵਾਲੇ ਰੋਜ਼ ਤੋਂ ਪਾਵਨ ਗੁਰਬਾਣੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਔਰ ਅੱਜ ਭੋਗ ਪੈਣੇ ਉਪਰੰਤ ਅਗੰਮੀ ਬਾਣੀ ਦਾ ਕੀਰਤਨ ਗਾਇਨ ਕੀਤਾ ਗਿਆ। ਜੂਨ 1984 ਨੂੰ ਭਾਰਤ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਟੈਂਕਾਂ ਔਰ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਸੰਗਤਾਂ, ਬਜ਼ੁਰਗ, ਬੱਚੇ, ਬੀਬੀਆਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਪਾਵਨ ਸਰੂਪਾਂ ਵਿੱਚ ਗੋਲੀਆਂ ਲੱਗੀਆਂ ਔਰ ਪਾਵਨ ਪਵਿੱਤਰ ਅਸਥਾਨਾਂ ਦੀ ਆਨ ਸ਼ਾਨ ਕਾਇਮ ਰੱਖਦਿਆਂ ਹੋਇਆ, ਸੱਚ ਅਣਖ ਗੈਰਤ ਦੇ ਪਹਿਰਾ ਦਿੰਦਿਆਂ ਹੋਇਆ ਜਿਨ੍ਹਾਂ ਵੀ ਵਰਜੀ ਉੜੇ ਸਿੱਖਾਂ ਨੇ ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਔਰ ਹੋਰ ਬੇਅੰਤ ਸਿੱਖਾਂ ਨੇ ਚੜ੍ਹਦੀ ਕਲਾ ਦੇ ਨਾਲ ਸੱਚ ਤੇ ਜੂਝਦਿਆਂ ਹੋਇਆਂ ਸ਼ਹਾਦਤ ਨੂੰ ਪ੍ਰਾਪਤ ਕੀਤਾ। ਅੱਜ ਜਿੱਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਵੀ ਇਹ 6 ਜੂਨ 1984 ਦਾ ਘੱਲੂਘਾਰਾ ਦਿਵਸ ਮਨਾਇਆ ਗਿਆ, ਉੱਥੇ ਹੀ ਪਾਵਨ ਪਵਿੱਤਰ ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਇੱਥੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ। ਅਗੰਮੀ ਬਾਣੀ ਦਾ ਕੀਰਤਨ ਹੋਇਆ ਹੈ। ਸੰਗਤਾਂ ਨੇ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜਨਾ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਜੂਨ 1984 ਦੇ ਵਿੱਚ ਘੱਲੂਘਾਰਾ ਵਾਪਰਿਆ। ਉਸ ਸਮੇਂ ਦੀ ਹਕੂਮਤ ਵੱਲੋਂ, ਸਰਕਾਰ ਵੱਲੋਂ ਜੋ ਦਰਸ਼ਨ ਕਰਨ ਆਈਆਂ ਸੰਗਤਾਂ ਸਮੇਤ ਉੱਥੇ ਜੋ ਹਮਲਾ ਕੀਤਾ ਗਿਆ, ਉਸ ਹਮਲੇ ਦੇ ਦੌਰਾਨ ਜੋ ਗੁਰੂ ਧਾਮਾਂ ਦੇ ਉੱਤੇ ਟੈਂਕ ਚਾੜੇ ਗਏ, ਅੰਨ੍ਹੇਵਾਹ ਗੋਲੀ ਵਜਾਈ ਗਈ, ਉਹਦੇ ਨਾਲ ਚਾਹੇ ਉਹ ਪੰਜਾਬ ਤੋਂ ਬਾਹਰ ਦੀ ਸੰਗਤ ਸੀ, ਚਾਹੇ ਉਹ ਪੰਜਾਬ ਦੇ ਰਹਿਣ ਵਾਲੀ, ਉਹਦੇ 'ਚ ਕੋਈ ਜ਼ਰੂਰੀ ਨਹੀਂ, ਸਾਰੇ ਧਰਮਾਂ ਦੇ ਲੋਕ ਹੋ ਸਕਦੇ ਨੇ, ਪਰੰਤੂ ਬਹੁਤ ਜ਼ਿਆਦਾ ਗਿਣਤੀ ਸਿੱਖ ਧਰਮ ਦੇ ਸੀਗੀ। ਉਸ ਟਾਈਮ 'ਤੇ ਜੋ ਜ਼ੁਲਮ ਕੀਤਾ ਗਿਆ, ਜਿਨ੍ਹਾਂ ਉੱਥੇ ਸ਼ਹੀਦੀਆਂ ਪਾਈਆਂ, ਉਹਨਾਂ ਸ਼ਹੀਦੀਆਂ ਨੂੰ ਯਾਦਗਾਰ ਵਜੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਇਹ ਦਿਹਾੜਾ ਮਨਾਇਆ ਜਾਂਦਾ ਹੈ। ਇਸ ਵਾਰ ਵੀ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਾਏ ਗਏ। ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਸੰਦੇਸ਼ ਲੋਕਾਂ ਨੂੰ ਇਹੀ ਹੈ, ਜੋ ਇਸ ਸਮੇਂ ਚੱਲ ਰਿਹਾ ਹੈ ਕਰੋਨਾ ਮਹਾਮਾਰੀ ਦਾ, ਉਹਦੇ ਸੰਬੰਧੀ ਵੀ ਹੈ ਕਿ ਆਪਣਾ ਬਚਾਓ ਆਪ ਹੀ ਕੀਤਾ ਜਾ ਸਕਦਾ ਹੈ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਪ੍ਰਸ਼ਾਸਨ ਨੂੰ ਤੇ ਸਾਨੂੰ ਸਹਿਯੋਗ ਕੀਤਾ ਜਾਵੇ ਤਾਂ ਜੋ ਅਜਿਹੇ ਭਿਆਨਕ ਦੌਰ ਦੇ ਸਮੇਂ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸਾਕਾ ਨੀਲਾ ਤਾਰਾ ਨੂੰ ਹੋਏ 36 ਸਾਲ ਪੂਰੇ, ਸਿੱਖਾਂ ਲਈ ਕਦੇ ਨਾ ਭੁੱਲਣ ਵਾਲਾ ਦਿਨ 6 ਜੂਨ 1984। ਘੱਲੂਘਾਰਾ ਦਿਵਸ ਮੌਕੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ, ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਦੇ ਪੱਖ 'ਚ ਭਰੀ ਹਾਂ। ਭਗਵੰਤ ਮਾਨ ਨੇ ਮੋਦੀ ਸਰਕਾਰ ਵਿਰੁੱਧ ਖੋਲਿਆ ਮੋਰਚਾ, ਕੈਪਟਨ ਸਰਕਾਰ ਤੇ ਵੀ ਚੁੱਕੇ ਸਵਾਲ, ਬੀਜ ਘੁਟਾਲੇ ਨੂੰ ਲੈ ਕੇ ਕੀਤੇ ਹੈਰਾਨੀਜਨਕ ਖੁਲਾਸੇ, ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਖਿਲਾਫ ਕਿਵੇਂ ਕਰਾਉਣਗੇ ਜਾਂਚ। ਸਿੱਧੂ ਮੂਸੇਵਾਲਾ ਦਾ ਨਾਭਾ ਪੁਲਿਸ ਨੇ ਕੱਟਿਆ ਚਲਾਨ, ਸਿੱਧੂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਤੇ ਵੀ ਨਾਭਾ ਪੁਲਿਸ ਨੇ ਨਹੀਂ ਕੀਤਾ ਕਾਬੂ ਸਿੱਧੂ ਮੂਸੇਵਾਲੇ ਨੂੰ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
This show is sponsored by Ashoka Tandoori Range. Enjoy the Indian taste.